ਸਟੂਡੈਂਟਸ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਚੈਪਟਰ ਨੰਬਰ 4 ਤੇ ਜਿਹੜਾ ਚੈਪਟਰ ਦਾ ਨਾਮ ਹੈਗਾ ਉਹ ਹੈਗਾ ਕਰੰਟ ਟ੍ਰੈਂਡ ਇਨ ਇਨਫੋਰਮੇਸ਼ਨ ਟੈਕਨੋਲੋਜੀ। ਤੇ ਜਿਹੜੀ ਕਲਾਸ ਹੈਗੀ ਆ ਉਹ ਹੈਗੀ ਹੈ ਜੀ 12th ਯਾਨੀ ਕਿ 12ਵੀਂ ਤੇ ਵਿਸ਼ਾ ਹੈਗਾ ਕੰਪਿਊਟਰ ਸਾਇੰਸ। ਇਹਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਇਹ ਦੱਸਿਆ ਹੋਇਆ ਇਸ ਚੈਪਟਰ ਦੇ ਵਿੱਚ ਕਿ ਇਨਫੋਰਮੇਸ਼ਨ ਟੈਕਨੋਲੋਜੀ ਕੀ ਚੀਜ਼ ਹੈਗੀ ਆ। ਇਹ ਉਹਦੀ ਡੈਫੀਨੇਸ਼ਨ ਹੈ। ਇਨਫੋਰਮੇਸ਼ਨ ਟੈਕਨੋਲੋਜੀ ਇਜ਼ ਅ ਟੈਕਨੀਕ, ਇਹ ਇੱਕ ਟੈਕਨੀਕ ਹੈ ਜਿਸ ਦੇ ਵਿੱਚ ਕੰਪਿਊਟਰ ਜਾਂ ਕੋਈ ਵੀ ਅਦਰ ਫਿਜ਼ੀਕਲ ਡਿਵਾਈਸ ਵਰਤਿਆ ਜਾਂਦਾ ਕ੍ਰੀਏਟ ਕਰਨ ਦੇ ਲਈ। ਕੀ ਕ੍ਰੀਏਟ ਕਰ ਸਕਦੇ ਹਾਂ? ਪ੍ਰੋਸੈਸ ਕ੍ਰੀਏਟ ਕਰ ਸਕਦੇ ਹਾਂ, ਸਿਕਿਉਰ ਕਰ ਸਕਦੇ ਹਾਂ ਆਪਣੇ ਸਿਸਟਮ ਨੂੰ, ਜਾਂ ਡਾਟਾ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਅਸੀਂ ਭੇਜ ਸਕਦੇ ਹਾਂ ਜਾਂ ਐਕਸਚੇਂਜ ਕਰ ਸਕਦੇ ਹੈਗੇ ਹਾਂ। ਸੋ ਇਨਫੋਰਮੇਸ਼ਨ ਟੈਕਨੋਲੋਜੀ ਕੀ ਹੋਗੀ ਕਿ ਇੱਕ ਟੈਕਨੀਕ ਹੋਗੀ ਜਿਸ ਦੇ ਦੁਆਰਾ ਅਸੀਂ ਡਾਟਾ ਐਕਸਚੇਂਜ ਕਰਦੇ ਹਾਂ ਜਾਂ ਕਿਸੇ ਪ੍ਰੋਸੈਸ ਨੂੰ ਕ੍ਰੀਏਟ ਕਰਦੇ ਹੈਗੇ ਹਾਂ। ਦੂਜੇ ਸ਼ਬਦਾਂ ਵਿੱਚ ਅਸੀਂ ਇਹ ਗੱਲ ਕਹੀਏ ਕਿ ਇਨਫੋਰਮੇਸ਼ਨ ਟੈਕਨੋਲੋਜੀ ਵਰਤੀ ਕਿੱਥੇ ਜਾਂਦੀ ਆ? ਸਟੱਡੀ ਦੇ ਵਿੱਚ ਵਰਤੀ ਜਾਂਦੀ ਆ, ਅੰਡਰਸਟੈਂਡਿੰਗ, ਪਲੈਨਿੰਗ, ਡਿਜ਼ਾਈਨਿੰਗ, ਕੰਸਟਰਕਸ਼ਨ, ਟੈਸਟਿੰਗ, ਡਿਸਟ੍ਰੀਬਿਊਸ਼ਨ, ਸਪੋਰਟ ਐਂਡ ਆਪਰੇਸ਼ਨਸ ਆਫ ਦਾ ਸੌਫਟਵੇਅਰ, ਕਿ ਸੌਫਟਵੇਅਰ ਨੂੰ ਆਪਰੇਟ ਕਰਨਾ, ਕੰਪਿਊਟਰ ਰਿਲੇਟਡ ਸਿਸਟਮ। ਇਹ ਸਾਰੇ ਕੰਪਿਊਟਰ ਰਿਲੇਟਡ ਸਿਸਟਮ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਹੈਗੀ ਆ ਉਹ ਐਗਜ਼ਿਸਟ ਕਰਦੀ ਆ ਤੇ ਇਹ ਵਰਤੀ ਜਾ ਰਹੀ ਹੈਗੀ ਆ। ਜਾਂ ਸਿੰਪਲ ਭਾਸ਼ਾ ਦੇ ਵਿੱਚ ਅਸੀਂ ਇਹ ਗੱਲ ਕਹਿ ਲਈਏ ਵੀ ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਹੈਗੀ ਆ ਇਸ ਦੇ ਵਿੱਚ ਕੰਪਿਊਟਰ ਤੇ ਟੈਲੀਕਮਿਊਨੀਕੇਸ਼ਨ ਡਿਵਾਈਸ ਜਿਹੜੇ ਹੈਗੇ ਨੇ ਉਹ ਇਨਫੋਰਮੇਸ਼ਨ ਨੂੰ ਐਕਸਚੇਂਜ ਕਰਨ ਦੇ ਲਈ, ਰਿਟਰੀਵ ਕਰਨ ਦੇ ਲਈ ਜਾਂ ਸਟੋਰ ਕਰਨ ਦੇ ਲਈ ਵਰਤੇ ਜਾਂਦੇ ਹੈਗੇ ਨੇ। ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਦੋ ਵਰਡ ਜ਼ਰੂਰ ਯੂਜ਼ ਕੀਤੇ ਜਾਂਦੇ ਨੇ, ਇਨਫੋਰਮੇਸ਼ਨ ਤੇ ਡਾਟਾ। ਇਹਨਾਂ ਨੂੰ ਅਸੀਂ ਐਕਸਚੇਂਜ ਕਰਦੇ ਹਾਂ ਤਾਂ ਉਹ ਸਾਡੇ ਕੋਲ ਜਿਹੜਾ ਸਾਰਾ ਸਿਸਟਮ ਹੈਗਾ ਉਹ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਆਉਂਦਾ ਹੈਗਾ। ਹੁਣ ਅਸੀਂ ਗੱਲ ਕਰਦੇ ਹਾਂ ਵੀ ਇਨਫੋਰਮੇਸ਼ਨ ਟੈਕਨੋਲੋਜੀ ਦੀਆਂ ਐਪਲੀਕੇਸ਼ਨਸ ਕਿਹੜੀਆਂ ਨੇ। ਤਾਂ ਸਭ ਤੋਂ ਪਹਿਲਾਂ ਐਪਲੀਕੇਸ਼ਨ ਬਿਜ਼ਨਸ ਦੇ ਵਿੱਚ ਆ ਗਈ। ਇਨਫੋਰਮੇਸ਼ਨ ਟੈਕਨੋਲੋਜੀ ਸਭ ਤੋਂ ਜ਼ਿਆਦਾ ਬਿਜ਼ਨਸ ਦੇ ਵਿੱਚ ਵਰਤੀ ਜਾਂਦੀ ਹੈ। ਅੱਜ ਕੋਈ ਵੀ ਅਜਿਹਾ ਬਿਜ਼ਨਸ ਨਹੀਂ ਹੈਗਾ ਜਿਸ ਦੇ ਵਿੱਚ ਕੰਪਿਊਟਰ ਜਾਂ ਕੋਈ ਵੀ ਨੈਟਵਰਕਿੰਗ ਡਿਵਾਈਸ ਵਰਤਿਆ ਨਹੀਂ ਜਾ ਰਿਹਾ ਹੈਗਾ। ਬਿਜ਼ਨਸ ਜਿਹੜਾ ਹੈਗਾ ਇਹ 4 ਤਰੀਕਿਆਂ ਦੇ ਨਾਲ IT ਨੂੰ ਯੂਜ਼ ਕਰ ਰਿਹਾ ਹੈਗਾ। ਇਨਫੋਰਮੇਸ਼ਨ ਪ੍ਰੋਸੈਸਿੰਗ ਟਾਸਕ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇਨਫੋਰਮੇਸ਼ਨ ਨੂੰ ਜਦੋਂ ਅਸੀਂ ਪ੍ਰੋਸੈਸ ਕਰਨਾ ਹੋਵੇ ਉਸ ਕੇਸ ਦੇ ਵਿੱਚ ਵੀ ਇਹ IT ਯੂਜ਼ ਹੋ ਰਹੀ ਆ। ਡਿਸੀਜ਼ਨ ਮੇਕਿੰਗ, ਕਿ ਫੈਸਲੇ ਲੈਣ ਦੇ ਲਈ ਵੀ ਇਹ ਵਰਤੀ ਜਾ ਰਹੀ ਹੈ। ਜੇ ਇਨਫੋਰਮੇਸ਼ਨ ਹੋਏਗੀ ਤਾਂ ਅਸੀਂ ਫੈਸਲਾ ਲੈ ਸਕਦੇ ਹਾਂ, ਸਹੀ ਇਨਫੋਰਮੇਸ਼ਨ ਹੋਏਗੀ, ਸਮੇਂ 'ਤੇ ਹੋਏਗੀ ਤਾਂ ਅਸੀਂ ਸਹੀ ਫੈਸਲਾ ਸਹੀ ਸਮੇਂ ਦੇ ਉੱਤੇ ਲੈ ਸਕਦੇ ਹੈਗੇ, ਉਹਦੇ ਲਈ ਇਹ ਵਰਤੀ ਜਾ ਰਹੀ ਹੈਗੀ ਆ। ਤੀਜਾ ਆ ਗਿਆ ਸ਼ੇਅਰ ਇਨਫੋਰਮੇਸ਼ਨ ਥਰੂ ਦਾ ਡੀਸੈਂਟਰਲਾਈਜ਼ ਕੰਪਿਊਟਿੰਗ, ਕਿ ਇਨਫੋਰਮੇਸ਼ਨ ਨੂੰ ਅਸੀਂ ਕੀ ਕਰ ਰਹੇ ਹਾਂ, ਸ਼ੇਅਰਡ ਕਰ ਰਹੇ ਹੈਗੇ ਹਾਂ ਇੱਕ ਕੰਪਿਊਟਰ ਡਿਵਾਈਸ ਤੋਂ ਦੂਜੇ ਕੰਪਿਊਟਰ ਡਿਵਾਈਸ ਦੇ ਵਿੱਚ। ਫੋਰਥ ਆ ਗਿਆ ਇਨੋਵੇਸ਼ਨ, ਬਿਜ਼ਨਸ ਦੇ ਵਿੱਚ ਇਨੋਵੇਸ਼ਨ ਜਿਹੜੀਆਂ ਹੈਗੀਆਂ ਨੇ ਹੁੰਦੀਆਂ ਰਹਿੰਦੀਆਂ ਨੇ ਤਾਂ ਹੀ ਬਿਜ਼ਨਸ ਅੱਗੇ ਪ੍ਰਮੋਟ ਹੁੰਦਾ ਹੈਗਾ, ਤਾਂ ਉਸ ਦੇ ਲਈ ਵੀ ਇਹ ਆਪਣੇ ਕੋਲੇ IT ਜਿਹੜੀ ਹੈਗੀ ਆ ਯੂਜ਼ ਹੋ ਰਹੀ ਹੈਗੀ ਆ। ਨੈਕਸਟ ਆ ਗਿਆ ਜੀ ਸਾਡੇ ਕੋਲੇ ਸੈਕਿੰਡ ਪੁਆਇੰਟ ਕਿ ਕਲਾਸਰੂਮ ਐਜੂਕੇਸ਼ਨ। ਕਲਾਸਰੂਮ ਦੇ ਵਿੱਚ ਵੀ ਤੁਹਾਡੇ ਕੋਲੇ ਜਿਹੜੀ ਟੈਕਨੋਲੋਜੀ ਹੈਗੀ ਆ ਇਹ IT ਟੈਕਨੋਲੋਜੀ ਵਰਤੀ ਜਾ ਰਹੀ ਆ। ਇਹਦੇ ਵਿੱਚ ਤੁਹਾਡੇ ਕੋਲੇ ਟੀਚਿੰਗ ਗੈਜਟਸ ਹੋ ਗਏ, ਜਿੱਦਾਂ ਕਿ ਤੁਹਾਡਾ ਪ੍ਰੋਜੈਕਟਰ ਹੋ ਗਿਆ ਜਾਂ ਸਮਾਰਟ ਬੋਰਡਸ ਹੋ ਗਏ, ਕੰਪਿਊਟਰ ਹੋ ਗਿਆ ਉਹ ਵੀ ਵਰਤਿਆ ਜਾ ਰਿਹਾ, ਸਮਾਰਟ ਇਲੈਕਟ੍ਰੋਨਿਕ ਬੋਰਡਸ, ਮੋਬਾਈਲ ਫੋਨਸ, ਟੈਬਲੇਟਸ ਜਿਹੜੇ ਹੈਗੇ ਨੇ ਉਹ ਵੀ ਕਲਾਸਰੂਮ ਐਜੂਕੇਸ਼ਨ ਦੇ ਵਿੱਚ ਵਰਤੇ ਜਾ ਰਹੇ ਨੇ। ਥਰਡ ਸਾਡੇ ਕੋਲ ਆ ਗਿਆ ਜੀ ਆਨਲਾਈਨ ਐਜੂਕੇਸ਼ਨ। ਆਨਲਾਈਨ ਐਜੂਕੇਸ਼ਨ ਦੇ ਵਿੱਚ ਵੀ ਸਾਡੇ ਕੋਲ ਇਨਫੋਰਮੇਸ਼ਨ ਟੈਕਨੋਲੋਜੀ ਵਰਤੀ ਜਾ ਰਹੀ ਹੈਗੀ ਆ, ਜਿੱਦਾਂ ਕਿ ਤੁਹਾਡੀਆਂ ਆਨਲਾਈਨ ਕਲਾਸਿਸ ਲੱਗਦੀਆਂ ਨੇ, ਆਨਲਾਈਨ ਐਗਜ਼ਾਮੀਨੇਸ਼ਨਸ ਹੋ ਰਹੇ ਨੇ, ਇਹ ਸਾਰੇ ਦੇ ਸਾਰੇ ਵੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਹੀ ਆ ਰਹੇ ਨੇ। ਇਹਦੇ ਨਾਲ ਹੋ ਕੀ ਰਿਹਾ, ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਹੈਲਪ ਕਰ ਰਹੀ ਆ ਐਜੂਕੇਸ਼ਨ ਨੂੰ ਹਰ ਇੱਕ ਸਟੂਡੈਂਟ ਤੱਕ ਪਹੁੰਚਾਉਣ ਦੇ ਲਈ। ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਆਨਲਾਈਨ ਐਜੂਕੇਸ਼ਨ ਦੇ ਵਿੱਚ ਅਸੀਂ ਸਟੱਡੀ ਮਟੀਰੀਅਲ ਉਹ ਵੀ ਸ਼ੇਅਰ ਕਰ ਰਹੇ ਹਾਂ। ਫੋਰ ਐਗਜ਼ਾਮਪਲ ਤੁਹਾਡੇ ਜਿਹੜੇ PDF ਨੋਟਸ ਨੇ, ਈ-ਬੁੱਕਸ ਨੇ, ਇਹ ਵੀ ਇੱਕ ਜ਼ਰੀਆ ਨੇ ਆਨਲਾਈਨ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦਾ। ਨੈਕਸਟ ਸਾਡੇ ਕੋਲ ਥਰਡ ਪੁਆਇੰਟ ਆ ਗਿਆ ਜੀ ਫਾਈਨਾਂਸ। ਫਾਈਨਾਂਸ ਵੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ, ਇਨਫੋਰਮੇਸ਼ਨ ਟੈਕਨੋਲੋਜੀ ਫਾਈਨਾਂਸ ਦੇ ਵਿੱਚ ਕਿੱਦਾਂ ਹੈਲਪ ਕਰ ਰਹੀ ਹੈ। ਇਟ ਇਜ਼ ਪੋਸੀਬਲ ਫॉर ਦਾ ਅਕਾਊਂਟੈਂਟ, ਜਿਹੜਾ ਕੰਪਨੀ ਦਾ ਅਕਾਊਂਟੈਂਟ ਹੈਗਾ ਉਹ ਬਹੁਤ ਸਾਰਾ ਵੱਡਾ ਜਿਹੜਾ ਅਮਾਊਂਟ ਆਫ ਡਾਟਾ ਹੈਗਾ ਉਹਨੂੰ ਹੈਂਡਲ ਕਰ ਰਿਹਾ, ਉਹਦੇ ਉੱਤੇ ਕੈਲਕੂਲੇਸ਼ਨਸ ਕਰ ਰਿਹਾ ਤੇ ਜਿਹੜਾ ਮੈਨੇਜ ਕਰ ਰਿਹਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੂੰ। ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਕੰਪਨੀ ਦੇ ਵਿੱਚ 1000 EMPLOYE ਨੇ ਤਾਂ ਉਹਨਾਂ ਦਾ ਡਾਟਾ ਮੈਨੇਜ ਕਰਨਾ, ਉਹਨਾਂ ਨੂੰ ਪੇ ਡਿਸਟ੍ਰੀਬਿਊਸ਼ਨ ਕਰਨਾ ਆਨਲਾਈਨ, ਇਹਦੇ ਵਿੱਚ ਅਕਾਊਂਟੈਂਟ ਦੀ ਉਹ
ਬਹੁਤ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਬਹੁਤ ਜ਼ਿਆਦਾ ਹੈਲਪ ਕਰ ਰਹੀ ਹੈ। ਨੈਕਸਟ ਪੁਆਇੰਟ ਆ ਗਿਆ ਜੀ ਸਾਡੇ ਕੋਲੇ ਹੈਲਥ ਸੈਕਟਰ ਦੇ ਵਿੱਚ ਵੀ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਹੈ ਬਹੁਤ ਜ਼ਿਆਦਾ ਹੈਲਪਫੁਲ ਆ। ਇਹਦੇ ਲਈ ਸਭ ਤੋਂ ਬੜੀ ਐਗਜ਼ਾਮਪਲ ਇਹ ਹੈਗੀ ਆ ਵੀ ਜਿਹੜਾ ਤੁਹਾਡਾ ਪੇਸ਼ੈਂਟ ਦਾ ਜਿਹੜਾ ਰਿਕਾਰਡ ਹੈਗਾ, ਮੈਡੀਕਲ ਹਿਸਟਰੀ ਹੈਗੀ ਆ, ਉਹਨੂੰ ਕੰਪਿਊਟਰਾਈਜ਼ਡ ਕੀਤਾ ਹੋਇਆ, ਤੇ ਜਿਹੜੇ ਨਰਸ ਜਾਂ ਡਾਕਟਰਸ ਨੇ ਉਹ ਆਪਣੇ ਮੋਬਾਈਲ ਫੋਨ ਦੇ ਉੱਤੇ ਜਾਂ ਹੈਂਡ ਡਿਵਾਈਸਿਸ ਦੇ ਉੱਤੇ ਉਹਨੂੰ ਈਜ਼ੀਲੀ ਐਕਸੈਸ ਕਰ ਸਕਦੇ ਨੇ ਤੇ ਵਧੀਆ ਉਹ ਟ੍ਰੀਟਮੈਂਟ ਦੇ ਸਕਦੇ ਨੇ। ਦੂਜਾ ਲੈਬ ਟੈਸਟ ਹੈਗੇ ਨੇ ਉਹ ਵੀ ਆਨਲਾਈਨ ਨੇ ਤੇ ਉਹ ਵੀ ਉਹ ਐਕਸੈਸ ਕਰ ਸਕਦੇ ਨੇ। ਤੇ ਜਿਹੜੇ ਮੈਡੀਸਨਸ ਹੈਗੀਆਂ ਨੇ ਉਹਨਾਂ ਲਈ ਵੀ ਇੱਕ ਸੈਂਟਰਲਾਈਜ਼ ਡਾਟਾਬੇਸ ਬਣਾਤਾ ਤੇ ਉਹ ਤੋਂ ਦੇਖ ਸਕਦੇ ਨੇ ਵੀ ਹਸਪੀਟਲ ਦੇ ਵਿੱਚ ਕਿਹੜੀ ਮੈਡੀਸਨ ਅਵੇਲੇਬਲ ਹੈ ਕਿਹੜੀ ਨਹੀਂ ਹੈ। ਨੈਕਸਟ ਸਾਡੇ ਕੋਲ ਆ ਗਿਆ ਜੀ ਮੀਡੀਆ। ਸੋਸ਼ਲ ਮੀਡੀਆ ਅੱਜ ਪਲੇਟਫਾਰਮ ਸਭ ਤੋਂ ਜ਼ਿਆਦਾ ਪਪੂਲਰ ਹੈਗਾ। ਇਹਦੇ ਵਿੱਚ ਜਿਹੜਾ ਮੀਡੀਆ ਹੈਗਾ ਉਹ ਜਲਦੀ ਨਿਊਜ਼ ਕਵਰ ਕਰ ਰਿਹਾ ਹੈਗਾ ਤੇ ਡਿਸਟ੍ਰੀਬਿਊਟ ਕਰ ਰਿਹਾ ਮਾਸ ਲੈਵਲ ਦੇ ਉੱਤੇ ਤੇ ਹਰ ਇੱਕ ਕੋਨੇ ਦੇ ਵਿੱਚ, ਦੁਨੀਆ ਦੇ ਹਰ ਕੋਨੇ ਦੇ ਵਿੱਚ ਉਹ ਉਸ ਨਿਊਜ਼ ਨੂੰ ਪਹੁੰਚਾ ਰਿਹਾ ਹੈਗਾ। ਨੈਕਸਟ ਸਾਡੇ ਕੋਲ ਆ ਗਿਆ ਜੀ ਟਰਾਂਸਪੋਰਟ ਸੈਕਟਰ ਦੇ ਵਿੱਚ ਵੀ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਵਰਤੀ ਜਾ ਰਹੀ ਹੈ। ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਉਦਾਹਰਣ ਇਹ ਹੈਗੀ ਆ ਵੀ ਤੁਹਾਨੂੰ ਆਨਲਾਈਨ ਹੀ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹ ਆਨਲਾਈਨ ਹੀ ਵੇਖਣ ਨੂੰ ਮਿਲ ਸਕਦੀ ਹੈ ਤੇ ਉਹ ਅਵੇਲੇਬਿਲਿਟੀ ਆਫ ਸੀਟਸ ਕਿੰਨੀਆਂ ਸੀਟਸ ਅਵੇਲੇਬਲ ਨੇ ਜਾਂ ਬੁੱਕ ਕਰਾਉਣੀਆਂ ਨੇ ਉਹ ਸਾਰੀਆਂ ਤੁਸੀਂ ਆਨਲਾਈਨ ਕਰਵਾ ਸਕਦੇ ਹੋ। ਇਹਦੇ ਵਿੱਚ ਰੋਡਵੇਜ਼, ਰੇਲਵੇ, ਏਅਰਵੇ, ਵਾਟਰਵੇ ਆਹ ਸਾਰੀਆਂ ਜਿਹੜੇ ਹੈਗੇ ਨੇ ਟਰਾਂਸਪੋਰਟ, ਇਹ ਸਾਰਿਆਂ ਦੇ ਸੈਕਟਰ ਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਵਰਤੀ ਜਾ ਰਹੀ ਹੈਗੀ ਆ। ਇਸ ਦੇ ਵਿੱਚ ਕੀ ਚੀਜ਼ ਹੈਗੀ ਆ, ਇਟ ਇਜ਼ ਬਿਕਮ ਈਜ਼ੀ ਟੂ ਗੈਟ ਇਨਫੋਰਮੇਸ਼ਨ ਅਬਾਊਟ ਅਵੇਲੇਬਿਲਿਟੀ ਆਫ ਦਾ ਸੀਟਸ ਐਂਡ ਟਾਈਮਿੰਗ, ਯਾਨੀ ਕਿ ਕਿੰਨੀਆਂ ਸੀਟਸ ਅਵੇਲੇਬਲ ਨੇ ਤੇ ਟਾਈਮਿੰਗ ਕੀ ਹੈਗੀ ਆ, ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਨਫੋਰਮੇਸ਼ਨ ਟੈਕਨੋਲੋਜੀ ਦੇ ਦੁਆਰਾ ਆਨਲਾਈਨ ਹੀ ਮਿਲ ਰਹੀ ਹੈਗੀ ਆ। ਨੈਕਸਟ ਸਾਡੇ ਕੋਲ ਆ ਗਿਆ ਜੀ ਟੈਲੀਕਮਿਊਨੀਕੇਸ਼ਨ ਦੇ ਵਿੱਚ ਆਪਾਂ ਇਹ ਗੱਲ ਕਹਿ ਲਈਏ ਵੀ ਜਿਹੜਾ ਕੰਪਿਊਟਰ ਹੈਗਾ ਉਹ ਟੈਲੀਫੋਨ ਨੈਟਵਰਕ ਦੇ ਨਾਲ ਹੀ ਜੁੜਿਆ ਹੋਇਆ ਤੇ ਜਿਹੜਾ ਨੈਟਵਰਕ ਨਾਲ ਜੁੜਿਆ ਹੋਇਆ ਤਾਂ ਹੀ ਉਹ ਇੰਟਰਨੈਟ ਯੂਜ਼ ਕਰ ਰਿਹਾ ਹੈਗਾ ਤੇ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਐਕਸਚੇਂਜ ਕਰ ਰਿਹਾ ਹੈਗਾ। ਇਹਦੇ ਵਿੱਚ ਸਾਡੇ ਕੋਲ ਈਮੇਲਸ ਆ ਗਿਆ, ਰੇਡੀਓ ਟੀਵੀ ਟਰਾਂਸਮਿਸ਼ਨ ਆ ਗਿਆ, ਵਰਲਡ ਵਾਈਡ ਵੈਬ ਯਾਨੀ ਕਿ ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਇਨਫੋਰਮੇਸ਼ਨ ਨੂੰ ਐਕਸਚੇਂਜ ਕਰ ਰਹੇ ਹੈਗੇ ਆ। ਤੇ ਟੈਲੀਫੋਨ ਤੇ ਇੰਟਰਨੈਟ ਸਰਵਿਸਿਜ਼ ਇਹ ਦੋਨੋਂ ਮਿਲ ਕੇ ਹੀ ਸਾਡੇ ਕੋਲੇ ਮੋਬਾਈਲ ਇੰਟਰਨੈਟ ਬਣਾਉਂਦੀਆਂ ਨੇ। ਨੈਕਸਟ ਸਾਡੇ ਕੋਲ ਆ ਗਿਆ ਜੀ ਐਂਟਰਟੇਨਮੈਂਟ ਦੇ ਵਿੱਚ ਵੀ ਇਨਫੋਰਮੇਸ਼ਨ ਟੈਕਨੋਲੋਜੀ ਵਰਤੀ ਜਾ ਰਹੀ ਹੈ। ਕੰਪਿਊਟਰ ਇਜ਼ ਨਾਓ ਇੰਪੋਰਟੈਂਟ ਟੂਲ ਇਨ ਫਿਲਮ, ਟੈਲੀਵਿਜ਼ਨ ਤੇ ਐਡਵਰਟਾਈਜ਼ਮੈਂਟ ਦੇ ਵਿੱਚ ਕੰਪਿਊਟਰ ਵਰਤਿਆ ਜਾ ਰਿਹਾ। ਜੇ ਕੰਪਿਊਟਰ ਵਰਤਿਆ ਜਾ ਰਿਹਾ ਤਾਂ ਇਨਫੋਰਮੇਸ਼ਨ ਟੈਕਨੋਲੋਜੀ ਸਾਡੇ ਕੋਲ ਵਰਤੀ ਜਾ ਰਹੀ ਹੈ। ਡਿਫੈਂਸ ਸੈਕਟਰ ਦੇ ਵਿੱਚ ਵੀ ਇਨਫੋਰਮੇਸ਼ਨ ਟੈਕਨੋਲੋਜੀ ਮੇਨ ਟੂਲ ਹੈਗੀ ਆ ਕਿ ਡਿਵੈਲਪਿੰਗ ਕਰਨ ਦੇ ਲਈ ਕਾਹਦੇ ਮਿਸਾਈਲਸ ਤੇ ਹੋਰ ਦੂਜੇ ਜਿਹੜੇ ਇਕਵਿਪਮੈਂਟ ਨੇ ਡਿਫੈਂਸ ਦੇ ਉਹਨਾਂ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਯੂਜ਼ ਹੋ ਰਹੀ ਹੈਗੀ ਆ। ਡਿਫੈਂਸ ਸੈਕਟਰ ਦੇ ਵਿੱਚ ਜੇ ਗੱਲ ਕਰੀਏ ਤਾਂ ਕਮਿਊਨੀਕੇਸ਼ਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗੀ ਆ ਤੇ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਆ ਉਹਨੇ ਕੀ ਕੀਤਾ, ਜਿਹੜਾ ਗੈਪ ਨੂੰ ਫਿਲ ਕਰਤਾ। ਕਿਹਦਾ ਸੀਗਾ, ਕਮਾਂਡ ਸੈਂਟਰ, ਕਮਾਂਡਰਸ ਤੇ ਸੋਲਜਰ ਦੇ ਵਿਚਕਾਰ ਜਿਹੜਾ ਗੈਪ ਸੀਗਾ ਉਹਨੂੰ ਉਹਨੇ ਘਟਾਤਾ। ਕਿਉਂਕਿ ਉਹ ਕਮਿਊਨੀਕੇਟ ਕਰ ਸਕਦੇ ਨੇ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਵੀ ਸਮੇਂ ਦੇ ਉੱਤੇ ਯੂਜ਼ਿੰਗ ਇਨਫੋਰਮੇਸ਼ਨ ਟੈਕਨੋਲੋਜੀ ਵਾਇਆ ਸੈਟੇਲਾਈਟ। ਕੰਸਟਰਕਸ਼ਨ ਆਫ ਵੈਪਨਸ ਐਂਡ ਕੰਟਰੋਲਿੰਗ ਦੇਅਰ ਫੰਕਸ਼ਨਸ ਇਹ ਬਹੁਤ ਸੌਖੇ ਹੋ ਗਏ ਕੰਪਿਊਟਰ ਦੀ ਵਰਤੋਂ ਦੇ ਨਾਲ। ਇਹ ਸਾਰਾ ਕਿਸ ਕਾਰਨ ਕਰਕੇ ਹੋਇਆ ਜੀ, ਇਨਫੋਰਮੇਸ਼ਨ ਟੈਕਨੋਲੋਜੀ ਦੇ ਕਰਕੇ ਹੋਇਆ ਹੈਗਾ। ਹੁਣ ਕਰੰਟ ਟ੍ਰੈਂਡਸ ਇਨ ਇਨਫੋਰਮੇਸ਼ਨ ਟੈਕਨੋਲੋਜੀ, ਕਿਹੜੇ ਕਰੰਟ ਟ੍ਰੈਂਡਸ ਨੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਉਹਨਾਂ ਨੂੰ ਅਸੀਂ ਦੇਖਦੇ ਹਾਂ। ਸਭ ਤੋਂ ਪਹਿਲਾ ਟ੍ਰੈਂਡ ਹੈਗਾ ਜੀ ਸਾਡੇ ਕੋਲ ਮੋਬਾਈਲ ਇੰਟਰਨੈਟ ਦੇ ਵਿੱਚ ਮੋਬਾਈਲ ਦੇ ਉੱਤੇ ਤੁਸੀਂ ਇੰਟਰਨੈਟ ਕਨੈਕਟੀਵਿਟੀ ਅਵੇਲੇਬਲ ਹੁੰਦੀ ਹੈ ਤੇ ਇਹ ਕਿਹੜੀ ਟੈਕਨੀਕ ਦੇ ਦੁਆਰਾ ਅਵੇਲੇਬਲ ਹੁੰਦੀ ਹੈ, 2G 3G ਔਰ 4G। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਜਿਹੜਾ ਸਾਡੇ ਕੋਲ ਪਹਿਲਾ ਟੈਲੀਫੋਨ ਲਾਈਨ ਸੀਗਾ ADSL, ਇਹ ਤੋਂ ਡਿਫਰੈਂਟ ਹੈਗੀ ਆ ਔਰ ਆਪਟੀਕਲ ਫਾਈਬਰ ਤੋਂ। ਇਹ ਸਾਡੇ ਕੋਲ ਕੰਪਿਊਟਰ ਦੇ ਉੱਤੇ ਇੰਟਰਨੈਟ ਪ੍ਰੋਵਾਈਡ ਕਰਾਉਂਦੀਆਂ ਨੇ ਤੇ ਇਹ ਸਾਡੇ ਕੋਲ ਮੋਬਾਈਲ ਦੇ ਉੱਤੇ ਟੈਕਨੋਲੋਜੀ ਜਿਹੜੀਆਂ 2G 3G 4G ਨੇ ਇਹ ਸਾਡੇ ਕੋਲ ਮੋਬਾਈਲ ਦੇ ਉੱਤੇ ਇੰਟਰਨੈਟ ਪ੍ਰੋਵਾਈਡ ਕਰਵਾ ਰਹੀਆਂ ਨੇ। ਜਿਹੜਾ ਮੋਬਾਈਲ ਇੰਟਰਨੈਟ ਹੈਗਾ ਇਹਦੀ ਵਰਤੋਂ ਕਰਕੇ ਤੁਸੀਂ ਫੇਸਬੁੱਕ, ਵਟਸਐਪ ਜਾਂ ਅਦਰ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦੇ ਹੋ। ਨਿਊਜ਼, ਸਪੋਰਟਸ, ਐਂਟਰਟੇਨਮੈਂਟ ਇਹ ਸਾਰੇ ਜਿਹੜੇ ਹੈਗੇ ਨੇ ਥਰੂ ਮੋਬਾਈਲ ਦੇ ਉੱਤੇ ਤੁਸੀਂ ਐਕਸੈਸ ਕਰ ਸਕਦੇ ਹੋ, ਵੇਖ ਸਕਦੇ ਹੋ ਯੂਜ਼ਿੰਗ ਦਾ ਇੰਟਰਨੈਟ। ਜਿਹੜੀਆਂ ਆਪਣੇ ਕੋਲ ਕੁਝ ਟੈਕਨੋਲੋਜੀਜ਼ ਹੈਗੀਆਂ ਨੇ ਜਿਹੜੀਆਂ ਮੋਬਾਈਲ ਦੇ ਉੱਤੇ ਵਰਤੀਆਂ ਜਾ ਰਹੀਆਂ ਨੇ, ਇਹਦੇ ਵਿੱਚ 2G 3G 4G ਇਹ ਤਾਂ ਸਾਡੇ ਕੋਲ ਹੋ ਹੀ ਗਈਆਂ। ਉਸ ਤੋਂ ਇਲਾਵਾ HSPA ਯਾਨੀ ਕਿ ਇਹਦੀ ਫੁੱਲ ਫਾਰਮ ਤੁਹਾਨੂੰ ਯਾਦ ਰੱਖਣ ਦੀ ਲੋੜ ਹੈਗੀ ਆ, ਹਾਈ ਸਪੀਡ ਪੈਕਟ ਐਕਸੈਸ, LTE ਲੌਂਗ ਟਰਮ ਇਵੈਲੂਏਸ਼ਨ ਤੇ VoLTE ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਯੂਜ਼ ਹੋ ਰਹੀ ਆ ਲੇਟੈਸਟ, ਵਾਇਸ ਲੌਂਗ ਟਰਮ ਇਵੈਲੂਏਸ਼ਨ। ਇਹਦੇ ਫਾਇਦੇ ਕੀ ਨੇ,
ਮੋਬਾਈਲ ਇੰਟਰਨੈਟ ਦੇ ਮੀਟ ਪੀਪਲ, ਯਾਨੀ ਕਿ ਤੁਹਾਡਾ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦਾ। WhatsApp ਤੁਹਾਡੇ ਫੋਨ ਦੇ ਉੱਤੇ ਹੀ ਚੱਲ ਰਿਹਾ, Facebook, Twitter, Instagram ਇਹ ਫੋਨ ਦੇ ਉੱਤੇ ਚੱਲ ਰਿਹਾ, ਈਜ਼ੀਲੀ ਐਕਸੈਸਿਬਲ ਹੈਗਾ, ਐਨੀ ਟਾਈਮ ਐਨੀਵੇਅਰ। ਤੁਸੀਂ ਆਪਣੀ ਲੋਕੇਸ਼ਨ ਪਤਾ ਕਰ ਸਕਦੇ ਹੋ ਮੋਬਾਈਲ ਇੰਟਰਨੈਟ ਦੇ ਦੁਆਰਾ। ਜਿੱਦਾਂ GPS ਅਨੇਬਲ ਹੋ ਗਿਆ ਜੀ, ਆਪਣੀ ਲੋਕੇਸ਼ਨ ਨੂੰ ਫਾਈਂਡ ਆਊਟ ਕਰ ਸਕਦੇ ਹੋ ਵੀ ਕਿਹੜੀ ਜਗ੍ਹਾ ਦੇ ਉੱਤੇ ਖੜੇ ਹੋ ਜਾਂ ਕਿਸ ਪਾਸੇ ਤੁਸੀਂ ਨੇ ਜਾਣਾ, ਉਹ ਤੁਸੀਂ ਮੋਬਾਈਲ ਇੰਟਰਨੈਟ ਦੇ ਨਾਲ ਈਜ਼ੀਲੀ ਐਕਸੈਸ ਕਰ ਸਕਦੇ ਹੋ। ਫਾਸਟ ਹੈ ਮੋਬਾਈਲ ਇੰਟਰਨੈਟ, ਅਨੇਬਲ ਕੁਇਕ ਐਕਸੈਸ ਇਨਫੋਰਮੇਸ਼ਨ ਔਨ ਦਾ ਵੈਬ, ਕਿਉਂਕਿ ਟੈਕਨੋਲੋਜੀ ਬਹੁਤ ਜ਼ਿਆਦਾ ਫਾਸਟ ਨੇ ਇਹ, ਅਪ ਟੂ ਡੇਟ, ਇਹਦੇ ਨਾਲ ਤੁਸੀਂ ਅਪ ਟੂ ਡੇਟ ਰਹਿ ਰਹੇ ਹੋ। ਲੇਟੈਸਟ ਨਿਊਜ਼ ਜਿਹੜੀਆਂ ਹੈਗੀਆਂ ਨੇ ਇਮੀਡੀਏਟਲੀ ਤੁਹਾਨੂੰ ਮਿਲ ਰਹੀਆਂ ਨੇ। ਨੈਕਸਟ ਆ ਗਿਆ ਜੀ ਵਾਈਫਾਈ। ਵਾਈਫਾਈ ਦੀ ਫੁੱਲ ਫਾਰਮ ਕੀ ਹੋਈ? ਵਾਇਰਲੈਸ ਫਿਡਲਿਟੀ। ਇਹ ਇੱਕ ਟੈਕਨੋਲੋਜੀ ਹੈਗੀ ਆ ਜਿਹੜੀ ਕਿ ਰੇਡੀਓ ਵੇਵਸ ਦੀ ਵਰਤੋਂ ਕਰਕੇ ਤੁਹਾਨੂੰ ਕਮਿਊਨੀਕੇਸ਼ਨ ਪ੍ਰੋਵਾਈਡ ਕਰ ਰਹੀ ਹੈਗੀ ਆ। ਵਾਈਫਾਈ ਦੇ ਨਾਲ ਤੁਸੀਂ ਕਨੈਕਟ ਹੋ ਜਾਂਦੇ ਹੋ। ਮਤਲਬ ਸਿੰਪਲ ਅਗਰ ਐਗਜ਼ਾਮਪਲ ਹੀ ਕਿਸੇ ਘਰ ਦੇ ਵਿੱਚ ਗੱਲ ਕਰੀਏ, ਤੁਹਾਡੇ ਕੋਲ ਰਾਊਟਰ ਲੱਗਿਆ ਹੋਇਆ ਵਾਈਫਾਈ, ਉਹਦੇ ਨਾਲ ਤੁਸੀਂ ਕੰਪਿਊਟਰ ਥਰੂ ਵਾਇਰ ਵੀ ਲਗਾ ਸਕਦੇ ਹੋ, ਜਾਂ ਇਹ ਜਿਹੜਾ ਵਾਈਫਾਈ ਹੈਗਾ ਇਹਦੇ ਨਾਲ ਤੁਸੀਂ ਕੰਪਿਊਟਰ, ਲੈਪਟਾਪ, ਟੈਬਲੇਟ ਇਹਨੂੰ ਤੁਸੀਂ ਥਰੂ ਵਾਈਫਾਈ ਵੀ ਕਨੈਕਟ ਕਰ ਸਕਦੇ ਹੈਗੇ ਹੋ। ਇਹਦੇ ਐਡਵਾਂਟੇਜ ਕੀ ਹੈਗੀ ਆ? ਇਹਦੇ ਨਾਲ ਕਾਸਟ ਸੇਵ ਹੋ ਰਹੀ ਆ ਕੇਬਲਸ ਦੀ, ਕਿਉਂਕਿ ਇੱਥੇ ਤੁਹਾਨੂੰ ਕੇਬਲ ਜੇ ਤੁਸੀਂ ਲਗਾਓਗੇ ਤਾਂ ਕੇਬਲ ਦਾ ਖਰਚਾ ਲਾਉਣਾ ਪਊਗਾ, ਲੇਕਿਨ ਜੇ ਥਰੂ ਵਾਈਫਾਈ ਯੂਜ਼ ਕਰੋਗੇ ਤਾਂ ਵਾਈਫਾਈ ਦੇ ਨਾਲ ਕੋਈ ਕੇਬਲ ਦਾ ਖਰਚਾ ਨਹੀਂ ਹੈਗਾ। ਵਾਈਫਾਈ ਨੂੰ ਤੁਸੀਂ ਹੌਟਸਪੌਟ ਦੇ ਨਾਲ ਐਕਸੈਸ ਕਰ ਸਕਦੇ ਹੈਗੇ ਹੋ। ਨੈਕਸਟ ਸਾਡੇ ਕੋਲ ਆ ਗਿਆ ਜੀ ਬਲੂਟੂਥ ਟੈਕਨੋਲੋਜੀ। ਬਲੂਟੂਥ ਵੀ ਇੱਕ ਸਾਡੇ ਕੋਲੇ ਵਾਇਰਲੈਸ ਲੈਨ ਟੈਕਨੋਲੋਜੀ ਹੈਗੀ ਹੈ, ਯਾਨੀ ਕਿ ਲੋਕਲ ਏਰੀਆ ਨੈਟਵਰਕ ਇਹ ਸੈਟਅਪ ਕਰਦੀ ਹੈਗੀ ਆ। ਇਹਦੇ ਨਾਲ ਵੀ ਤੁਸੀਂ ਜਿਹੜੇ ਹੈਗਾ ਡਾਟਾ ਟਰਾਂਸਫਰ ਕਰ ਸਕਦੇ ਹੈਗੇ ਹੋ। ਇਹਦੇ ਲਈ ਜੋ ਤੁਸੀਂ ਦੋ ਜਿਹੜੇ ਡਿਵਾਈਸਿਸ ਹੈਗੇ ਨੇ ਬਲੂਟੂਥ ਅਨੇਬਲ ਹੋਣੇ ਚਾਹੀਦੇ ਨੇ, ਉਹਨਾਂ ਦੀ ਆਪਸ ਦੇ ਵਿੱਚ ਪੇਅਰਿੰਗ ਹੋਣੀ ਚਾਹੀਦੀ ਆ। ਇਹ ਡਿਵਾਈਸਿਸ ਤੁਹਾਡਾ ਫੋਨ ਹੋ ਸਕਦਾ, ਲੈਪਟਾਪ ਹੋ ਸਕਦਾ, ਜਾਂ ਪਰਸਨਲ ਕੰਪਿਊਟਰ ਹੋ ਸਕਦਾ, ਪ੍ਰਿੰਟਰ ਵੀ ਹੋ ਸਕਦਾ। ਪ੍ਰਿੰਟਰ ਵੀ ਅੱਜ ਕੱਲ੍ਹ ਬਲੂਟੂਥ ਅਨੇਬਲ ਆ ਗਏ। ਤੁਹਾਡਾ ਕੈਮਰਾ ਵੀ ਬਲੂਟੂਥ ਅਨੇਬਲ ਹੋ ਸਕਦਾ ਹੈਗਾ। ਇਹਨਾਂ ਡਿਵਾਈਸਿਸ ਨੂੰ ਆਪਸ ਦੇ ਵਿੱਚ ਪੇਅਰ ਕਰਕੇ ਤੁਸੀਂ ਡਾਟਾ ਨੂੰ ਟਰਾਂਸਫਰ ਕਰ ਸਕਦੇ ਹੈਗੇ ਹੋ। ਇਸ ਬਲੂਟੂਥ ਦੀ ਮੇਨ ਐਡਵਾਂਟੇਜਸ ਕੀ ਨੇ? ਜੇ ਤੁਸੀਂ ਦੋ ਬਲੂਟੂਥ ਡਿਵਾਈਸ ਆਪਸ ਦੇ ਵਿੱਚ ਪੇਅਰ ਕਰ ਲਏ ਤਾਂ ਦੂਜੇ ਜਿਹੜੇ ਵਾਇਰਸ ਡਿਵਾਈਸਿਸ ਨੇ ਉਹ ਡਿਸਟਰਬ ਨਹੀਂ ਹੁੰਦੇ ਹੈਗੇ, ਜਾਂ ਤੁਹਾਡੇ ਵਾਲਾ ਜਿਹੜਾ ਨੈਟਵਰਕ ਹੈਗਾ, ਜਿਹੜਾ ਬਲੂਟੂਥ ਪੇਅਰ ਹੋ ਗਿਆ, ਦੋ ਡਿਵਾਈਸ ਆਪਸ ਦੇ ਵਿੱਚ ਪੇਅਰ ਹੋ ਗਏ, ਉਹਨਾਂ ਵਿਚਕਾਰ ਦੂਜੇ ਜਿਹੜੇ ਡਿਵਾਈਸ ਨੇ ਉਹ ਇੰਟਰਫੇਰੈਂਸ ਨਹੀਂ ਕਰਨਗੇ। ਦੂਜੀ ਐਡਵਾਂਟੇਜ ਹੈਗੀ ਆ ਜਿਹਦੀ ਪਾਵਰ ਕੰਜ਼ੰਪਸ਼ਨ ਬਹੁਤ ਜ਼ਿਆਦਾ ਲੋ ਹੈਗੀ ਆ, ਬਹੁਤ ਜ਼ਿਆਦਾ ਸਸਤੀ ਹੈ ਬਲੂਟੂਥ ਡਿਵਾਈਸ। ਇਹਦੇ ਵਿੱਚ ਨੋ ਲਾਈਨ ਆਫ ਸਾਈਟ, ਯਾਨੀ ਕਿ ਆਮੋ ਸਾਹਮਣੇ ਜਿਹੜੇ ਡਿਵਾਈਸ ਨੇ, ਸੈਂਡਰ ਔਰ ਰਿਸੀਵਰ ਆਮੋ ਸਾਹਮਣੇ ਹੋਣ ਇਹ ਕੋਈ ਜ਼ਰੂਰੀ ਨਹੀਂ ਹੈ। ਜਿਵੇਂ ਸੈਂਡਰ ਐਂਡ ਰਿਸੀਵਰ ਜਿਹੜੇ ਆਪਣੇ ਕੋਲੇ ਰਿਮੋਟ ਦੀ ਤਰ੍ਹਾਂ ਆਮੋ ਸਾਹਮਣੇ ਹੋਣੇ ਚਾਹੀਦੇ ਨੇ, ਜਾਂ ਅਦਰ ਟੈਕਨੋਲੋਜੀ ਦੀ ਤਰ੍ਹਾਂ, ਇਹਦੇ ਵਿੱਚ ਇਦਾਂ ਦੀ ਕੋਈ ਲੋੜ ਨਹੀਂ ਹੈ। ਬਹੁਤ ਸਾਰੇ ਪ੍ਰੋਡਕਟ ਦੇ ਵਿੱਚ ਜਿਹੜੀ ਬਲੂਟੂਥ ਟੈਕਨੋਲੋਜੀ ਆ ਰਹੀ ਹੈਗੀ ਹੈ, ਹੈਂਡਸੈਟ ਦੇ ਵਿੱਚ ਆ ਰਹੀ ਹੈ, ਕਾਰ ਸਿਸਟਮ ਦੇ ਵਿੱਚ ਆ ਰਹੀ ਹੈਗੀ ਆ। ਨੈਕਸਟ ਸਾਡੇ ਕੋਲ ਆ ਗਿਆ ਜੀ IT ਦੀ ਜਿਹੜੀ ਹੈਗੀ ਆ ਟ੍ਰੈਂਡਸ, ਉਹ ਹੈਗੀ ਆ ਜੀ ਈ-ਕਮਰਸ। ਔਨਲਾਈਨ ਸ਼ਾਪਿੰਗ ਤੁਸੀਂ ਕਰ ਰਹੇ ਹੋ, ਜਿੱਦਾਂ ਤੁਹਾਡੇ ਕੋਲ ਐਮਾਜ਼ਨ ਹੋ ਗਿਆ, ਫਲਿੱਪਕਾਰਟ ਹੋ ਗਿਆ, ਬਹੁਤ ਸਾਰੀਆਂ ਔਨਲਾਈਨ ਸ਼ਾਪਿੰਗ ਸਾਈਟਸ ਅਵੇਲੇਬਲ ਹੈਗੀਆਂ, ਉਹ ਸਾਰੀਆਂ ਈ-ਕਮਰਸ ਦੇ ਵਿੱਚ ਆਉਂਦੀਆਂ ਨੇ। ਇਹ ਤੁਹਾਨੂੰ ਬਿਜ਼ਨਸ ਇਲੈਕਟ੍ਰੋਨਿਕ ਕਮਰਸ ਜਿਹੜੀ ਹੈਗੀ ਹੈ, ਇਲੈਕਟ੍ਰੋਨਿਕ ਕਮਰਸ ਇਜ਼ ਅ ਵੇ ਆਫ ਡੂਇੰਗ ਬਿਜ਼ਨਸ ਯੂਜ਼ਿੰਗ ਦਾ ਇੰਟਰਨੈਟ, ਯਾਨੀ ਕਿ ਤੁਸੀਂ ਇੰਟਰਨੈਟ ਦੀ ਵਰਤੋਂ ਕਰਕੇ ਜਦੋਂ ਬਿਜ਼ਨਸ ਕਰ ਰਹੇ ਹੋ ਤਾਂ ਉਹ ਤੁਹਾਡੇ ਕੋਲ ਈ-ਕਮਰਸ ਹੋਗੀ। ਇਹਦੇ ਵਿੱਚ ਕੀ ਚੀਜ਼ ਹੋਗੀ? ਸੇਲ ਐਂਡ ਪਰਚੇਜ਼ ਆਫ ਗੁੱਡਸ ਸਰਵਿਸਿਜ਼ ਅੰਡਰ ਦਾ ਈ-ਕਮਰਸ ਇਜ਼ ਥਰੂ ਦਾ ਇਲੈਕਟ੍ਰੋਨਿਕ ਸਿਸਟਮ ਸੱਚ ਐਜ਼ ਇੰਟਰਨੈਟ, ਕਿਉਂਕਿ ਇੰਟਰਨੈਟ ਦਾ ਚਾਹੀਦਾ ਹੀ ਚਾਹੀਦਾ ਤੁਹਾਡੇ ਕੋਲ। ਇੰਟਰਨੈਟ ਦੀ ਵਰਤੋਂ ਨਾਲ ਇੱਕ ਡਿਵਾਈਸ ਚਾਹੀਦਾ, ਉਦੋਂ ਤੁਸੀਂ ਸੇਲ ਐਂਡ ਪਰਚੇਜ਼ ਕਰ ਰਹੇ ਹੋ ਤਾਂ ਉਹ ਸਾਡੇ ਕੋਲ ਈ-ਕਮਰਸ ਹੋਗੀ। ਇਹਦੀ ਮੇਨ ਜਿਹੜੀਆਂ ਐਗਜ਼ਾਮਪਲਸ ਹੈਗੀਆਂ, ਜਿੱਦਾਂ ਤੁਸੀਂ ਐਮਾਜ਼ੋਨ ਤੋਂ ਖਰੀਦ ਰਹੇ ਹੋ, ਫਲਿੱਪਕਾਰਟ ਤੋਂ ਖਰੀਦ ਰਹੇ ਹੋ, ਜਾਂ ਅਦਰ ਸ਼ਾਪਿੰਗ ਸਾਈਟਸ ਤੋਂ ਅਗਰ ਕੋਈ ਚੀਜ਼ ਪ੍ਰੋਡਕਟ ਤੁਸੀਂ ਖਰੀਦਦੇ ਹੋ, ਉਹ ਇੱਕ ਉਦਾਹਰਨ ਹੈਗੀ ਆ ਈ-ਕਮਰਸ ਦੀ। ਇਹਦੀ ਐਡਵਾਂਟੇਜ ਕੀ ਨੇ? ਈ-ਕਮਰਸ ਦੀ ਵਰਤੋਂ ਦੇ ਨਾਲ ਜਿਹੜਾ ਕੰਪਨੀ ਦਾ ਬ੍ਰਾਂਡ ਹੈਗਾ ਉਹ ਅਪ ਹੋ ਰਿਹਾ, ਇੰਪਰੂਵ ਹੋ ਰਿਹਾ। ਈ-ਕਮਰਸ ਜਿਹੜੀ ਹੈਗੀ ਆ ਉਹ ਬੈਟਰ ਕਸਟਮਰ ਸਰਵਿਸਿਜ਼ ਨੂੰ ਪ੍ਰੋਵਾਈਡ ਕਰ ਰਹੀ ਹੈ ਆਰਗੇਨਾਈਜ਼ ਵੇ ਦੇ ਨਾਲ, ਕਿ ਫੋਰ ਐਗਜ਼ਾਮਪਲ ਤੁਸੀਂ ਕਲਿੱਕ ਕਰਦੇ ਹੋ, ਜਿਹੜੀਆਂ ਚੀਜ਼ਾਂ ਤੁਹਾਨੂੰ ਪ੍ਰੋਡਕਟ ਚਾਹੀਦੇ ਨੇ ਉਹ ਤੁਸੀਂ ਇਮੀਡੀਏਟਲੀ ਤੁਹਾਡੇ ਕੰਪਿਊਟਰ ਸਕਰੀਨ ਦੇ ਉੱਤੇ ਡਿਸਪਲੇ ਹੋ ਜਾਂਦੇ ਨੇ। ਈ-ਕਮਰਸ ਜਿਹੜੀ ਹੈਗੀ ਆ ਬਿਜ਼ਨਸ ਨੂੰ ਉਹ ਸਿੰਪਲ ਕਰ ਰਹੀ ਆ, ਫਾਸਟ ਕਰ ਰਹੀ ਆ ਅਤੇ ਐਫੀਸ਼ੀਐਂਟ ਕਰ ਰਹੀ ਆ, ਅਤੇ ਮੇਨ ਜਿਹੜੀ ਹੈਗੀ ਆ ਵੀ ਜਿਹੜਾ ਪੇਪਰ ਵਰਕ ਆ ਉਸ ਨੂੰ ਘਟਾ ਰਹੀ ਆ। ਨੈਕਸਟ ਸਾਡੇ ਕੋਲ ਆ ਗਿਆ ਜੀ ਐਮ-ਕਮਰਸ ਟੈਕਨੋਲੋਜੀ। ਐਮ-ਕਮਰਸ ਦਾ ਮੀਨਿੰਗ ਕੀ ਹੋਇਆ? ਈ-ਕਮਰਸ ਦੇ ਨਾਲ ਕੰਪਿਊਟਰ ਯੂਜ਼ ਹੋ ਗਿਆ, ਇੰਟਰਨੈਟ ਵਰਤਿਆ ਗਿਆ,
ਜਾਂ ਕੋਈ ਵੀ ਡਿਵਾਈਸ ਵਰਤਿਆ ਗਿਆ। ਮੋਬਾਈਲ ਟੈਕਨੋਲੋਜੀ ਐਮ ਕਮਰਸ ਸਟ੍ਰਿਕਟਲੀ ਮੋਬਾਈਲ ਕਮਰਸ, ਯਾਨੀ ਕਿ ਮੋਬਾਈਲ ਫੋਨ ਦੀ ਵਰਤੋਂ ਦੇ ਨਾਲ ਤੁਸੀਂ ਜਦੋਂ ਸੇਲ ਐਂਡ ਪਰਚੇਜ਼ ਕਰ ਰਹੇ ਹੋ। ਐਮ ਕਮਰਸ ਇਜ਼ ਨੋਨ ਐਜ਼ ਦਾ ਨੈਕਸਟ ਜਨਰੇਸ਼ਨ ਆਫ ਈ ਕਮਰਸ, ਜਾਂ ਈ ਕਮਰਸ ਦੀ ਜਿਹੜੀ ਅਪਗ੍ਰੇਡ ਹੈਗਾ ਉਹ ਕੀ ਆ, ਨੈਕਸਟ ਜਨਰੇਸ਼ਨ ਹੈਗੀ ਉਹ ਐਮ ਕਮਰਸ ਹੈਗਾ। ਐਮ ਕਮਰਸ ਪ੍ਰੋਵਾਈਡ ਯੂਜ਼ਰ ਵਿਦ ਆਨਲਾਈਨ ਐਕਸੈਸ ਟੂ ਦਾ ਇੰਟਰਨੈਟ ਐਨੀਵੇਅਰ ਵਿਦਾਊਟ ਨੀਡ ਆਫ ਪੀਸੀ ਔਰ ਲੈਪਟਾਪ। ਬਿਨਾਂ ਪੀਸੀ ਔਰ ਲੈਪਟਾਪ ਦੀ ਵਰਤੋਂ ਦੇ ਤੁਹਾਨੂੰ ਆਨਲਾਈਨ ਐਕਸੈਸ ਮਿਲ ਰਿਹਾ ਹੈਗਾ। ਐਮ ਕਮਰਸ ਦੇ ਵਿੱਚ ਜਿਹੜੀਆਂ ਸੇਲ ਐਂਡ ਪਰਚੇਜ਼ ਹੋਏਗੀ, ਐਮ ਕਮਰਸ ਇਜ਼ ਅ ਪਰਚੇਜ਼ ਐਂਡ ਸੇਲ ਆਫ ਗੁੱਡਸ ਸਰਵਿਸਿਜ਼ ਥਰੂ ਦਾ ਸੈਲੂਲਰ ਫੋਨ ਐਂਡ ਦਾ ਵਾਇਰਲੈਸ ਡਿਜੀਟਲ ਹੈਂਡਹੈਲਡ ਡਿਵਾਈਸਿਸ। ਯਾਨੀ ਕਿ ਤੁਸੀਂ ਸੇਲ ਤੇ ਪਰਚੇਜ਼ ਕਰ ਰਹੇ ਹੋ, ਸ਼ਾਪਿੰਗ ਕਰ ਰਹੇ ਹੋ ਆਨਲਾਈਨ, ਬਟ ਯੂਜ਼ਿੰਗ ਦਾ ਸੈਲੂਲਰ ਟੈਲੀਫੋਨ ਔਰ ਏ ਪੀਡੀ ਯਾਨੀ ਕਿ ਪਰਸਨਲ ਡਿਜੀਟਲ ਅਸਿਸਟੈਂਟਸ ਔਰ ਟੈਬਲੇਟਸ। ਇਹਦੀ ਵਰਤੋਂ ਦੇ ਨਾਲ ਜੋ ਤੁਸੀਂ ਸੇਲ ਐਂਡ ਪਰਚੇਜ਼ ਕਰ ਰਹੇ ਹੋ, ਦੈਟ ਇਜ਼ ਕਾਲਡ ਏ ਮੋਬਾਈਲ ਕਮਰਸ ਜਾਂ ਐਮ ਕਮਰਸ। ਐਮ ਕਮਰਸ ਦੇ ਫਾਇਦੇ ਕੀ ਨੇ? ਇਟ ਪ੍ਰੋਵਾਈਡ ਏ ਕਨਵੀਨੀਅੰਟ, ਸਿਕਿਉਰ ਐਂਡ ਈਜ਼ੀ ਕਮਿਊਨੀਕੇਸ਼ਨ ਐਂਡ ਡਿਸਟਰੀਬਿਊਸ਼ਨ ਓਵਰ ਦਾ ਨੈਟਵਰਕ। ਬੜੇ ਸੌਖੇ ਤਰੀਕੇ ਦੇ ਨਾਲ ਤੁਸੀਂ ਜਿਹੜੇ ਹੈਗਾ ਕਮਿਊਨੀਕੇਟ ਕਰਦੇ ਹੋ, ਡਿਸਟਰੀਬਿਊਟ ਕਰਦੇ ਹੋ। ਇਟ ਰਿਡਿਊਸ ਟ੍ਰਾਂਜੈਕਸ਼ਨ ਐਂਡ ਆਰਡਰ ਪ੍ਰੋਸੈਸਿੰਗ ਕਾਸਟ। ਇਹ ਜਿਹੜੀ ਹੈਗੀ ਆ ਕਾਸਟ ਹੈਗੀ ਆ ਉਹਨੂੰ ਰਿਡਿਊਸ ਕਰ ਰਹੀ ਆ, ਟ੍ਰਾਂਜੈਕਸ਼ਨ ਤੇ ਆਰਡਰ ਕਾਸਟ ਨੂੰ। ਹਰ ਇੱਕ ਫੋਨ ਦੇ ਉੱਤੇ ਅਵੇਲੇਬਲ ਹੈ। ਮੋਸਟ ਆਫ ਪੀਪਲ ਜਿਹੜੇ ਹੈਗੇ ਨੇ ਫੋਨ ਯੂਜ਼ ਕਰ ਰਹੇ ਨੇ, ਉਹਨਾਂ ਦੇ ਉੱਤੇ ਈਜ਼ੀਲੀ ਐਕਸੈਸ ਹੈ ਤੇ ਉਹਨੂੰ ਯੂਜ਼ ਕਰ ਰਹੇ ਨੇ। ਇਹਨੇ ਸਿੰਪਲ ਕਰਤਾ ਬਿਜ਼ਨਸ ਨੂੰ। ਜੇ ਬਿਜ਼ਨਸ ਪ੍ਰੋਸੈਸ ਸਿੰਪਲ ਹੋਏਗੀ ਤਾਂ ਪਰਚੇਜ਼ਿੰਗ, ਸੇਲ ਐਂਡ ਪਰਚੇਜ਼ ਵੀ ਸਾਡੇ ਕੋਲ ਇਨਕਰੀਜ਼ ਹੋਏਗੀ। ਨੈਕਸਟ ਸਾਡੇ ਕੋਲ ਹੈਗਾ GPS ਟੈਕਨੋਲੋਜੀ। ਸਭ ਤੋਂ ਪਹਿਲਾਂ ਤਾਂ ਫੁੱਲ ਫਾਰਮ ਇਹਦੀ ਪਤਾ ਹੋਣੀ ਚਾਹੀਦੀ ਹੈ। GPS ਸਟੈਂਡਸ ਫਾਰ ਗਲੋਬਲ ਪੋਜੀਸ਼ਨਿੰਗ ਸਿਸਟਮ। ਇਹਦਾ ਮੇਨ ਪਰਪਸ ਕੀ ਆ? ਤੁਸੀਂ ਕਿਸੇ ਵੀ ਸਮੇਂ ਕਿਤੇ ਵੀ ਜਿਹੜੀ ਤੁਹਾਡੀ ਪੋਜੀਸ਼ਨ ਹੈਗੀ ਆ ਵਰਲਡ ਦੇ ਵਿੱਚ, ਉਹ ਤੁਹਾਨੂੰ ਪਤਾ ਚੱਲ ਜੂ ਵੀ ਤੁਸੀਂ ਇਸ ਵਕਤ ਦੁਨੀਆ ਦੇ ਕਿਹੜੇ ਕੋਨੇ ਦੇ ਵਿੱਚ ਖੜੇ ਹੈਗੇ ਹੋ। ਇਹ ਹੈਲਪ ਕਰਦੀ ਆ, ਇਸ ਗੱਲ ਦੇ ਵਿੱਚ ਵੀ ਮਦਦ ਕਰਦੀ ਆ ਵੀ ਤੁਸੀਂ ਅਗਰ ਕੋਈ ਨੀਅਰ ਬਾਏ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਜਾਣਾ, ਕਿਸੇ ਰੈਸਟੋਰੈਂਟ ਦੇ ਵਿੱਚ ਜਾਣਾ, ਹੋਟਲ ਦੇ ਵਿੱਚ ਜਾਣਾ, ਜਾਂ ਕਿਸੇ ਗੈਸ ਸਟੇਸ਼ਨ ਜਾਂ ਪੈਟਰੋਲ ਪੰਪ ਦੇ ਉੱਤੇ ਜਾਣਾ, ਉਹਨੂੰ ਫਾਈਂਡ ਕਰਨ ਦੇ ਵਿੱਚ ਇਹ ਜਿਹੜੀ ਹੈਗੀ ਆ ਐਕਸੈਸ GPS ਜਿਹੜਾ ਹੈਗਾ ਉਹ ਹੈਲਪ ਕਰ ਰਹੀ ਹੈਗੀ ਆ। ਇਹ ਵਰਤੋਂ ਕੀ ਕਰਦਾ? ਸੈਟੇਲਾਈਟ ਦੀ ਵਰਤੋਂ ਕਰਦਾ ਪੋਜੀਸ਼ਨ ਦੱਸਣ ਦੇ ਲਈ। ਇਹਦੀਆਂ ਐਡਵਾਂਟੇਜਸ ਕੀ ਕੀ ਨੇ GPS ਟੈਕਨੋਲੋਜੀ ਦੀਆਂ? ਰੀਅਲ ਟਾਈਮ ਟਰੈਕਿੰਗ, ਕਿ ਤੁਸੀਂ ਇਸ ਵਕਤ ਕਿੱਥੇ ਜਾ ਰਹੇ ਹੋ, ਦੁਨੀਆ ਦੇ ਕਿਹੜੇ ਕੋਨੇ ਦੇ ਵਿੱਚ ਜਾ ਰਹੇ ਹੋ ਜਾਂ ਕਿੱਥੇ ਹੈਗੇ ਹੋ ਇਸ ਵਕਤ, ਉਹ ਰੀਅਲ ਟਾਈਮ ਟਰੈਕਿੰਗ ਤੁਹਾਨੂੰ GPS ਦੇ ਨਾਲ ਈਜ਼ੀਲੀ ਅਵੇਲੇਬਲ ਹੈਗੀ ਆ। ਇਹਦੇ ਵਿੱਚ ਤੁਹਾਡੀ ਲੋਕੇਸ਼ਨ ਹੈਗੀ ਆ, ਤੁਹਾਡਾ ਵਹੀਕਲ ਮੈਪ ਦੇ ਉੱਤੇ ਕਿੱਥੇ ਮੂਵ ਕਰ ਰਿਹਾ ਉਹ ਤੁਹਾਨੂੰ ਪਤਾ ਚੱਲੇਗਾ। ਹਿਸਟਰੀ ਦੇਖ ਸਕਦੇ ਹੋ ਵੀ ਤੁਸੀਂ ਕਿਹੜੇ ਕਿਹੜੇ ਜਗ੍ਹਾ ਦੇ ਉੱਤੇ ਗਏ ਸੀਗੇ। ਇਹਦੇ ਨਾਲ ਤੁਹਾਨੂੰ ਅਲਰਟ ਵੀ ਮਿਲਦੇ ਨੇ ਕਿ ਜੀ ਇਸ ਰੋਡ ਦੇ ਉੱਤੇ ਜਿਹੜਾ ਹੈਗਾ ਹਾਈ ਸਪੀਡ ਤੁਸੀਂ ਨਹੀਂ ਜਾਣਾ, ਓਵਰ ਸਪੀਡ ਨਹੀਂ ਕਰਨਾ। ਤੁਹਾਨੂੰ GPS ਟੈਕਨੋਲੋਜੀ ਜਿਹੜੀ ਅਲਰਟ ਪ੍ਰੋਵਾਈਡ ਕਰਦੀ ਆ ਵੀ ਇਸ ਰੋਡ ਦੇ ਉੱਤੇ ਤੁਸੀਂ ਓਵਰ ਸਪੀਡ ਨਹੀਂ ਕਰ ਸਕਦੇ ਹੈਗੇ ਨੇ, ਤੇ ਜਾਂ ਡਾਇਵਰਜਨ ਹੈਗੇ ਆ ਰੂਟ ਦੇ ਉੱਤੇ। ਤਾਂ ਇਸ ਟਾਈਪ ਜਿਹੜੇ ਅਲਰਟ ਹੈਗੇ ਨੇ ਇਹ ਵੀ ਤੁਹਾਨੂੰ ਤੁਹਾਡੇ ਮੋਬਾਈਲ ਫੋਨ ਦੇ ਉੱਤੇ GPS ਟੈਕਨੋਲੋਜੀ ਦੇ ਨਾਲ ਮਿਲ ਜਾਂਦੇ ਨੇ। ਐਨੀ ਟਾਈਮ ਐਨੀਵੇਅਰ, ਕਿਸੇ ਵੀ ਸਮੇਂ ਕਿਤੇ ਵੀ ਇਹ ਤੁਸੀਂ ਜਿਹੜੀ GPS ਟੈਕਨੋਲੋਜੀ ਹੈ ਵਰਤ ਸਕਦੇ ਹੈਗੇ ਹੋ। ਜੀਓ ਫੈਂਸਿੰਗ ਕੀ ਚੀਜ਼ ਆ? ਲਾਈਕ ਅਲਰਟ ਕਸਟਮਾਈਜੇਸ਼ਨ ਟੂ ਦਾ ਨੈਕਸਟ ਲੈਵਲ। ਤੁਸੀਂ ਜੀਓਗ੍ਰਾਫੀਕਲ ਬਾਉਂਡਰੀਜ਼ ਕ੍ਰੀਏਟ ਕਰਦੇ ਹੋ ਜਾਂ ਫੈਂਸ ਕ੍ਰੀਏਟ ਕਰਦੇ ਹੋ ਮੈਪ ਦੇ ਉੱਤੇ, ਤੇ ਤੁਸੀਂ ਦੱਸ ਸਕਦੇ ਹੋ ਵੀ ਇਸ ਜਿਹੜੀ ਲੈਂਡਮਾਰਕ ਦੇ ਵਿੱਚ ਤੁਸੀਂ ਨਹੀਂ ਜਾਣਾ ਹੈਗਾ ਜਾਂ ਰਿਸਟ੍ਰਿਕਟਡ ਪੋਰਸ਼ਨ ਹੈਗਾ। ਜਿਹੜੀ GPS ਟੈਕਨੋਲੋਜੀ ਹੈਗੀ ਈਜ਼ੀ ਟੂ ਯੂਜ਼ ਹੈ ਜੀ, ਯੂਜ਼ਰ ਫਰੈਂਡਲੀ ਇੰਟਰਫੇਸ ਹੈਗਾ ਇਹਦਾ, ਤੇ ਇਹਨੂੰ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਤੇ ਈਜ਼ੀ ਵੇ ਦੇ ਨਾਲ ਵਰਤ ਸਕਦੇ ਹੋ। ਨੈਕਸਟ ਸਾਡੇ ਕੋਲ ਆ ਗਿਆ ਐਂਡਰੋਇਡ ਟੈਕਨੋਲੋਜੀ। ਐਂਡਰੋਇਡ ਕੀ ਹੈ? ਇੱਕ ਆਪਰੇਟਿੰਗ ਸਿਸਟਮ ਹੈਗਾ ਜਿਹੜਾ ਮੋਬਾਈਲ ਫੋਨ ਦੇ ਵਿੱਚ ਅਪਲੋਡਡ ਹੈਗਾ। ਇਹਨੂੰ ਪਹਿਲਾਂ ਡਿਵੈਲਪ ਕੀਤਾ ਸੀਗਾ ਓਪਨ ਹੈਂਡਡ ਅਲਾਇੰਸ ਨੇ। ਲੇਟਰਲੀ ਇਸ ਨੂੰ ਜਿਹੜਾ ਔਨਡ ਕਰ ਲਿਆ ਗਿਆ, ਯਾਨੀ ਕਿ ਇਹਨੂੰ ਖਰੀਦ ਲਿਆ ਗਿਆ ਗੂਗਲ ਦੇ ਦੁਆਰਾ। ਪ੍ਰਾਇਮਰਲੀ ਇਹਦੀ ਵਰਤੋਂ ਕੀਤੀ ਜਾਂਦੀ ਸੀ ਟੱਚ ਸਕਰੀਨ ਡਿਵਾਈਸ ਨੂੰ ਯੂਜ਼ ਕਰਨ ਦੇ ਲਈ, ਲੇਕਿਨ ਉਸ ਤੋਂ ਬਾਅਦ ਜਿਹੜਾ ਐਂਡਰੋਇਡ ਹੈਗਾ ਉਹ ਮੋਬਾਈਲ ਫੋਨ ਡਿਵਾਈਸਿਸ ਦੇ ਵਿੱਚ ਅਪਲੋਡ ਕੀਤਾ ਗਿਆ। ਬਹੁਤ ਅੱਛਾ ਪਲੇਟਫਾਰਮ ਹੈਗਾ ਐਂਡਰੋਇਡ।
ਇਹਦੀਆਂ ਮਤਲਬ ਐਡਵਾਂਟੇਜਸ ਕੀ ਨੇ? ਸਪੋਰਟ ਦਾ ਡਿਫਰੈਂਟ ਮੀਡੀਆ ਪਲੇਟਫਾਰਮਸ, ਯਾਨੀ ਕਿ MP3 MP4 ਨੂੰ ਇਹ ਸਪੋਰਟ ਕਰ ਰਿਹਾ। ਤੇ ਉਸ ਤੋਂ ਬਾਅਦ ਕੈਮਰਾ, ਬਲੂਟੂਥ, ਵਾਈਫਾਈ, ਸਪੀਚ ਰਿਕਗਨਾਈਜੇਸ਼ਨ, ਇਹ ਸਾਰੀਆਂ ਜਿਹੜੀਆਂ ਟੈਕਨੋਲੋਜੀਜ਼ ਨੇ ਇਹਨਾਂ ਨੂੰ ਇਹ ਸਪੋਰਟ ਕਰਦਾ। ਮਲਟੀ ਟਾਸਕਿੰਗ ਹੈ, ਇੱਕ ਤੋਂ ਵੱਧ ਟਾਸਕ ਜਿਹੜੀਆਂ ਹੈਗੀਆਂ ਨੇ ਕੰਮ ਐਟ ਟਾਈਮ ਦੇ ਉੱਤੇ ਅਸੀਂ ਕਰ ਸਕਦੇ ਹਾਂ। ਈਜ਼ੀ ਐਕਸੈਸ ਹੈ, ਬੜੇ ਸੌਖੇ ਤਰੀਕੇ ਨਾਲ ਤੁਸੀਂ ਜਿਹੜਾ ਐਂਡਰਾਇਡ ਮੋਬਾਈਲ ਫੋਨ ਹੈਗਾ ਉਹਨੂੰ ਆਪਰੇਟ ਕਰ ਸਕਦੇ ਹੈਗੇ ਹੋ। ਤੇ ਜਿਹੜੇ ਸਭ ਤੋਂ ਵੱਧ ਇੰਪੋਰਟੈਂਟ ਹੈਗੇ, ਪਲੇਟਫਾਰਮ ਇੰਡੀਪੈਂਡੈਂਟ ਹੈ ਜੀ। ਇਸ ਐਂਡਰਾਇਡ ਨੂੰ ਤੁਸੀਂ ਮਤਲਬ ਵਿੰਡੋ, ਮੈਕ ਜਾਂ ਲਾਈਨਕਸ ਪਲੇਟਫਾਰਮ ਇਹਨੂੰ ਇਹ ਸਪੋਰਟ ਕਰ ਰਿਹਾ ਹੈਗਾ। ਵਰਚੁਅਲ ਰਿਐਲਿਟੀ ਇਜ਼ ਅ ਕੰਪਿਊਟਰ ਟੈਕਨੋਲੋਜੀ, ਇਹ ਇੱਕ ਕੰਪਿਊਟਰ ਟੈਕਨੋਲੋਜੀ ਆ ਦੈਟ ਇਜ਼ ਯੂਜ਼ਡ ਟੂ ਕ੍ਰੀਏਟ ਇੱਕ ਫੈਂਟੈਸੀ ਵਰਲਡ, ਜਿਹੜਾ ਕਿ ਅਸਲ ਦੇ ਵਿੱਚ ਐਗਜ਼ਿਸਟ ਨਹੀਂ ਕਰ ਰਿਹਾ ਹੈਗਾ, ਉਹਨੂੰ ਇਹ ਕ੍ਰੀਏਟ ਕਰ ਰਹੀ ਹੈਗੀ ਆ। ਵਰਚੁਅਲ ਰਿਐਲਿਟੀ ਦੇ ਨਾਲ ਤੁਹਾਨੂੰ ਇਦਾਂ ਲੱਗੂਗਾ ਵੀ ਉਹ ਰੀਅਲੀ ਜਿਹੜੀ ਚੀਜ਼ ਹੈਗੀ ਉਹ ਤੁਹਾਡੇ ਸਾਹਮਣੇ ਹੈਗੀ। Virtual reality is a technique in which we experience being in the world generated by the computer. ਕੰਪਿਊਟਰ ਦੇ ਦੁਆਰਾ ਜਿਹੜਾ ਵਰਡ ਜਨਰੇਟ ਕੀਤਾ ਗਿਆ ਹੈਗਾ ਉਹਨੂੰ ਤੁਸੀਂ ਮਹਿਸੂਸ ਕਰ ਰਹੇ ਹੋ। ਫੋਰ ਐਗਜ਼ਾਮਪਲ, ਤੁਸੀਂ ਕੋਈ 3D ਮੂਵੀ ਦੇਖ ਰਹੇ ਹੋ ਤਾਂ ਉਹ ਵਰਚੁਅਲ ਰਿਐਲਿਟੀ ਦੀ ਹੀ ਇੱਕ ਐਗਜ਼ਾਮਪਲ ਹੈਗੀ ਆ। ਵਰਚੁਅਲ ਰਿਐਲਿਟੀ ਦਾ ਐਡਵਾਂਟੇਜਸ ਕੀ ਨੇ? ਵਰਚੁਅਲ ਰਿਐਲਿਟੀ ਹੈਜ਼ ਮੇਡ ਵਿਊਇੰਗ ਟੈਕਨੋਲੋਜੀ ਮੋਰ ਇੰਜੋਏਬਲ ਦੈਨ ਰੀਡਿੰਗ, ਯਾਨੀ ਕਿ ਤੁਸੀਂ ਰੀਡ ਕਰਨ ਦੀ ਬਜਾਏ ਉਸ ਨੂੰ ਫੀਲ ਕਰ ਰਹੇ ਹੋ, ਇੰਜੋਏ ਕਰ ਰਹੇ ਹੋ, ਉਹ ਚੀਜ਼ ਤੁਹਾਨੂੰ ਪ੍ਰੋਵਾਈਡ ਕਰ ਰਹੀ ਹੈਗੀ ਆ। ਵਰਚੁਅਲ ਟੈਕਨੋਲੋਜੀ ਦੀ ਮਦਦ ਦੇ ਨਾਲ ਡਾਕਟਰ ਸਿੱਖ ਸਕਦੇ ਨੇ। ਮੈਡੀਸਨ ਫੀਲਡ ਦੇ ਵਿੱਚ ਡਾਕਟਰਾਂ ਨੂੰ ਟ੍ਰੇਨਡ ਕਰਨ ਦੇ ਲਈ ਇਹ ਬਹੁਤ ਵਧੀਆ ਹੈ। ਵਰਚੁਅਲ ਰਿਐਲਿਟੀ ਜਿਹੜੀ ਹੈਗੀ ਆ ਇਹ ਰੀਅਲਿਸਟਿਕ ਵਰਲਡ ਨੂੰ ਕ੍ਰੀਏਟ ਕਰਦੀ ਹੈਗੀ ਆ। ਇਹਦੇ ਨਾਲ ਜਿਹੜੀ ਐਜੂਕੇਸ਼ਨ ਹੈਗੀ ਆ ਬੜੇ ਸੌਖੇ ਤਰੀਕੇ ਨਾਲ ਕਨਸੈਪਟ ਨੂੰ ਸਮਝਾਇਆ ਜਾ ਸਕਦਾ ਤੇ ਬਹੁਤ ਵਧੀਆ ਐਕਸਪੀਰੀਅੰਸ ਯੂਜ਼ਰ ਗੇਨ ਕਰਦਾ ਜਦੋਂ ਉਹ ਵਰਚੁਅਲ ਰਿਐਲਿਟੀ ਨੂੰ ਯੂਜ਼ ਕਰਦਾ ਹੈਗਾ। ਨੈਕਸਟ ਸਾਡੇ ਕੋਲ ਆ ਗਿਆ ਜੀ ਨੈਨੋ ਟੈਕਨੋਲੋਜੀ। ਨੈਨੋ ਦਾ ਮਤਲਬ ਹੈਗਾ 10 ਦੀ ਰੇਜ਼ ਪਾਵਰ -9, ਯਾਨੀ ਕਿ 1 ਦਾ 1000 ਅਪ ਟੂ 9 zeros, 3 6 ਤੇ 3 9 zeros, ਯਾਨੀ ਕਿ nਵਾਂ ਹਿੱਸਾ ਇੱਕ ਪੋਰਸ਼ਨ ਦਾ 1 ਬਿਲੀਅਨਥ, ਯਾਨੀ ਕਿ ਇੱਕ ਪੋਰਸ਼ਨ ਦਾ 1 ਬਿਲੀਅਨਥਵਾਂ ਹਿੱਸਾ, ਉਹਨੂੰ ਅਸੀਂ ਨੈਨੋ ਕਹਿ ਦਿੰਦੇ ਹਾਂ। ਤੇ ਜਿਹੜੀ ਟੈਕਨੋਲੋਜੀ ਕੀ ਹੋਗੀ ਵੀ ਤੁਸੀਂ ਇੰਜੀਨੀਅਰਿੰਗ ਟੂਲਸ ਨੇ, ਡਿਵਾਈਸਿਸ ਨੇ, ਉਹਨਾਂ ਨੂੰ ਜੋ ਤੁਸੀਂ ਨੈਨੋ ਮੀਟਰ ਤੇ ਬਣਾ ਰਹੇ ਹੋ, ਬਹੁਤ ਛੋਟੇ, ਉਹਨੂੰ ਬਹੁਤ ਛੋਟਾ ਕਰਕੇ ਤੁਸੀਂ ਬਣਾਤਾ, ਉਹਨੂੰ ਅਸੀਂ ਨੈਨੋ ਟੈਕਨੋਲੋਜੀ ਕਹਿ ਦਿੰਦੇ ਹਾਂ। ਇਹ ਬਹੁਤ ਜ਼ਿਆਦਾ ਛੋਟੇ ਹੁੰਦੇ ਨੇ, ਐਕਸਟ੍ਰੀਮਲੀ ਟਾਈਨੀ ਇਨ ਸਾਈਜ਼ ਐਂਡ ਦਾ। ਨੈਨੋ ਟੈਕਨੋਲੋਜੀ ਦੀ ਵਰਤੋਂ ਹਰ ਖੇਤਰ ਦੇ ਵਿੱਚ ਹੋ ਰਹੀ ਆ, ਡਿਵੈਲਪਮੈਂਟ ਹੋ ਰਹੀ ਆ ਜਿਹੜੀ ਹੈਗੀਆਂ ਨੇ, ਜਿੱਦਾਂ ਕਿ ਕੰਪਿਊਟਰ ਸਾਇੰਸ ਦੇ ਵਿੱਚ, ਕੈਮਿਸਟਰੀ, ਬਾਇਓਲੋਜੀ, ਫਿਜ਼ਿਕਸ, ਇਹਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈਗੀ ਆ। ਇਹ ਹਾਲੇ ਸ਼ੁਰੂਆਤੀ ਦੌਰ ਦੇ ਵਿੱਚ ਹੈਗੀ ਆ ਨੈਨੋ ਟੈਕਨੋਲੋਜੀ। ਨੈਨੋ ਟੈਕਨੋਲੋਜੀ ਦੇ ਵਿੱਚ ਆਪਾਂ ਇਹ ਗੱਲ ਕਹਿ ਲਈਏ ਵੀ ਜਿੱਦਾਂ ਕਿ ਤੁਹਾਡਾ ਇੱਕ ਪ੍ਰੋਸੈਸਰ ਹੈਗਾ, ਪ੍ਰੋਸੈਸਰ ਦਾ ਸਾਈਜ਼ ਬਹੁਤ ਜ਼ਿਆਦਾ ਛੋਟਾ ਹੋ ਗਿਆ, ਠੀਕ ਹੈ, ਉਹ ਪੋਸੀਬਲ ਹੈਗਾ ਨੈਨੋ ਟੈਕਨੋਲੋਜੀ ਦੀ ਵਰਤੋਂ ਦੇ ਨਾਲ ਹੀ। ਇਹਦੇ ਮੇਨ ਐਡਵਾਂਟੇਜ ਕੀ ਚੀਜ਼ ਨੇ? ਫਾਸਟਰ ਐਂਡ ਸਮਾਲਰ, ਮਤਲਬ ਕਿ ਬਹੁਤ ਛੋਟਾ, ਯਾਨੀ ਕਿ ਸਾਈਜ਼ ਨੂੰ ਰਿਡਿਊਸ ਕਰਤਾ, ਇਹਦੀ ਸਭ ਤੋਂ ਵੱਡੀ ਐਡਵਾਂਟੇਜ ਹੈਗੀ ਆ। ਨਾਨ ਸਿਲੀਕਨ ਬੇਸਡ ਚਿਪਸੈਟ ਮੈਮਰੀ ਐਂਡ ਪ੍ਰੋਸੈਸਰ। ਨਿਊ ਸਾਇੰਸ ਕੰਪਿਊਟਰਸ ਬੇਸਡ ਔਨ ਕੁਆਂਟਮ ਕੰਪਿਊਟਿੰਗ। ਨਿਊ ਸਾਇੰਸ ਕੰਪਿਊਟਰਸ ਬੇਸਡ ਔਨ ਦਾ ਕੁਆਂਟਮ ਕੰਪਿਊਟਿੰਗ ਦੇ ਬੇਸ ਜਿਹੜੇ ਹੈਗੇ ਨੇ, ਉਹ ਕੰਪਿਊਟਰ ਜਿਹੜੇ ਹੈਗੇ ਨੇ ਬਣਨੇ ਹੈਗੇ ਨੇ, ਉਹ ਵੀ ਇਸੇ ਟੈਕਨੋਲੋਜੀ ਦੀ ਵਰਤੋਂ ਕਰਕੇ ਹੀ ਅਸੀਂ ਬਣਾ ਸਕਦੇ ਹਾਂ। Advanced microscopy and manufacturing systems, faster and smaller telecom switches including optical devices. These are the advantages of the nano technology, ਕਿ ਇਹਨਾਂ ਚੀਜ਼ਾਂ ਨੂੰ ਅਸੀਂ ਬਹੁਤ ਜ਼ਿਆਦਾ ਸਾਈਜ਼ ਛੋਟਾ ਕਰਕੇ ਬਣਾ ਸਕਦੇ ਹਾਂ ਜਾਂ ਵਰਤ ਸਕਦੇ ਹੈਗੇ ਹਾਂ। ਨੈਕਸਟ ਸਾਡੇ ਕੋਲ ਆ ਗਿਆ ਜੀ 5G ਟੈਕਨੋਲੋਜੀ। 5G ਟੈਕਨੋਲੋਜੀ ਨੈਕਸਟ ਜਨਰੇਸ਼ਨ ਟੈਕਨੋਲੋਜੀ ਹੈਗੀ ਆ 3G ਜਾਂ 4G ਤੋਂ। 5G ਜਿਹੜੀ ਹੈਗੀ ਆ 100 ਟਾਈਮ ਫਾਸਟਰ ਹੈਗੀ ਆ 4G ਤੋਂ। ਇਹਦੇ ਨਾਲ ਤੁਸੀਂ ਜਿਹੜੀ ਹੈਗੀ ਆ ਇੱਕ HD ਮੂਵੀ ਸਿਰਫ 1 ਮਿੰਟ ਦੇ ਵਿੱਚ ਡਾਊਨਲੋਡ ਕਰ ਸਕਦੇ ਹੈਗੇ ਆ। ਇਟਸ ਇੰਟਰਨੈਟ ਸਪੀਡ ਕੀ ਹੋਗੀ? 20 MBPS ਤੋਂ ਹਾਇਰ ਹੋ ਜਾਏਗੀ ਡਾਊਨਲੋਡ ਤੇ ਅਪਲੋਡ ਦੇ ਵਿੱਚ। ਸੋ ਹਾਈ ਸਪੀਡ ਇੰਟਰਨੈਟ ਜਿਹੜਾ ਹੈਗਾ ਉਹ ਐਕਸੈਸਿਬਲ ਹੈਗਾ ਯੂਜ਼ਿੰਗ ਦਾ 5G ਟੈਕਨੋਲੋਜੀ। ਨੈਕਸਟ ਸਾਡੇ ਕੋਲ 5G ਦੀਆਂ ਐਡਵਾਂਟੇਜਸ ਕੀ ਚੀਜ਼ ਨੇ? ਸਭ ਤੋਂ ਵੱਡੀ ਐਡਵਾਂਟੇਜ ਤਾਂ ਇਹੀ ਹੋਗੀ ਵੀ ਇਹਨੇ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਪ੍ਰੋਵਾਈਡ ਕਰ ਰਿਹਾ ਤੇ ਹਾਈ ਸਪੀਡ ਅਪਲੋਡਿੰਗ ਤੇ ਡਾਊਨਲੋਡਿੰਗ ਸਪੀਡ ਆ ਜਾਏਗੀ ਸਾਡੇ ਕੋਲੇ। ਹਰ ਇੱਕ ਪਿੰਡ ਤੇ ਸ਼ਹਿਰ ਜਿਹੜਾ ਹੈਗਾ ਉਹ ਸਮਾਰਟ ਹੋ ਜਾਏਗਾ ਯੂਜ਼ਿੰਗ ਦਾ ਨੈਟਵਰਕ ਕਨੈਕਟੀਵਿਟੀ। ਵਰਚੁਅਲ ਰਿਐਲਿਟੀ ਤੇ ਆਗੂਮੈਂਟਡ ਰਿਐਲਿਟੀ ਜਿਹੜੀ ਹੈਗੀ ਸਮਾਰਟਫੋਨ ਦੇ ਵਿੱਚ ਅਵੇਲੇਬਿਲਿਟੀ ਹੋ ਜਾਏਗੀ।
ਵਿਊਇੰਗ ਸਪੇਸ ਗਲੈਕਸੀ ਐਂਡ ਅਦਰ ਪਲੈਨਟ ਜਿਹੜੇ ਹੈਗੇ ਨੇ ਸਪੇਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਵਰਤੋਂ ਕਰ ਸਕਦੇ ਹਾਂ ਇਸ ਟੈਕਨੋਲੋਜੀ ਦੀ। ਇਸ ਦੇ ਵਿੱਚ ਜਿਹੜੇ ਨੈਚੁਰਲ ਡਿਜ਼ਾਸਟਰਸ ਹੈਗੇ ਨੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਅਸੀਂ ਡਿਟੈਕਟ ਕਰ ਸਕਦੇ ਹੈਗੇ ਹਾਂ। ਇਹ ਜਿਹੜੀ 5G ਹੈਗੀ ਆ ਇੱਦਾਂ ਦੀ ਟੈਕਨੋਲੋਜੀ ਦੇ ਵਿੱਚ ਇਹ ਐਡਵਾਂਟੇਜਸ ਪੋਸੀਬਲ ਹੈਗੀਆਂ ਨੇ। IoT ਇੰਟਰਨੈਟ ਆਫ ਥਿੰਗਸ ਵੈਰੀ ਇੰਪੋਰਟੈਂਟ ਵੈਰੀ ਇੰਟਰਸਟਿੰਗ ਲੇਟੈਸਟ ਟੈਕਨੋਲੋਜੀ ਹੈ ਜੀ। ਇੰਟਰਨੈਟ ਆਫ ਥਿੰਗਸ ਜਿਹੜੀ ਹੈਗੀ ਆ ਇਸ ਦੇ ਵਿੱਚ ਜਿਹੜੀ ਹਿਊਮਨ ਲਾਈਫ ਹੈਗੀ ਆ ਉਹਨੂੰ ਸਿੰਪਲੀਫਾਈ ਅਤੇ ਕੰਫਰਟੇਬਲ ਕਰਨ ਦੇ ਲਈ ਹੈਗੀ ਆ। ਇਸ ਦੇ ਵਿੱਚ ਸਾਡੇ ਕੋਲੇ ਜਿਹੜੀ IoT ਹੈਗੀ ਆ ਉਹ ਅੱਜ ਕੱਲ੍ਹ ਜਿਹੜੇ ਤੁਹਾਡੇ AC ਹੋ ਗਏ, ਰੈਫਰੀਜਰੇਟਰ ਹੋ ਗਏ ਜਾਂ ਵਾਸ਼ਿੰਗ ਮਸ਼ੀਨਸ ਹੋ ਗਏ ਉਹਨਾਂ ਵਿੱਚ ਆਲਰੇਡੀ ਵਰਤੀ ਜਾ ਰਹੀ ਹੈਗੀ ਆ। ਇਹਦੀ ਸਾਡੇ ਕੋਲ ਐਡਵਾਂਟੇਜ ਕੀ ਨੇ? ਇਹਦੇ ਵਿੱਚ ਜਿਹੜੀਆਂ ਹਿਊਮਨ ਐਫਰਟਸ ਨੇ ਉਹ ਘੱਟ ਹੋ ਰਹੀਆਂ ਨੇ, ਸਿਕਿਉਰਿਟੀ ਇੰਪਰੂਵ ਹੋ ਰਹੀ ਆ ਅਤੇ ਟਾਈਮ ਤੁਹਾਡਾ ਬਚ ਰਿਹਾ ਯੂਜ਼ਿੰਗ ਦਾ IoT ਟੈਕਨੋਲੋਜੀ ਦੇ ਨਾਲ। IoT ਦੀ ਵਰਤੋਂ ਦੇ ਨਾਲ ਮਨੀਟਰਿੰਗ ਸੌਖੀ ਹੋ ਰਹੀ ਆ ਅਤੇ ਜੇ ਮਨੀਟਰਿੰਗ ਸੌਖੀ ਹੋ ਰਹੀ ਆ ਤਾਂ ਤੁਸੀਂ ਐਫੀਸ਼ੀਐਂਟ ਮੈਨੇਜਮੈਂਟ ਕਰ ਸਕਦੇ ਹੈਗੇ ਹੋ। ਰਿਸੋਰਸ ਯੂਟੀਲਾਈਜੇਸ਼ਨ ਵੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕਰ ਸਕਦੇ ਹੈਗੇ ਹੋ। IoT ਦੀ ਵਰਤੋਂ ਦੇ ਨਾਲ ਤੁਸੀਂ ਆਪਣੇ ਫੈਮਿਲੀ ਮੈਂਬਰ, ਹੋਮ ਡਿਵਾਈਸ ਜਾਂ ਕੈਮਰਾ ਦੇ ਨਾਲ ਹਰ ਸਮੇਂ ਕਨੈਕਟ ਰਹਿ ਸਕਦੇ ਹੈਗੇ ਹੋ। ਨੈਕਸਟ ਸਾਡੇ ਕੋਲ ਆ ਗਿਆ ਮਲਟੀਮੀਡੀਆ ਟੈਕਨੋਲੋਜੀ। ਮਲਟੀਮੀਡੀਆ ਟੈਕਨੋਲੋਜੀ ਕੀ ਹੋ ਗਿਆ ਸਾਡੇ ਕੋਲੇ? ਇਹ ਟੈਕਨੋਲੋਜੀ ਦੀ ਵਰਤੋਂ ਦੇ ਨਾਲ ਅਸੀਂ ਜਿਹੜਾ ਮਲਟੀਮੀਡੀਆ ਕੰਟੈਂਟ ਆ ਉਹਨੂੰ ਡਿਸਪਲੇ ਕਰ ਸਕਦੇ ਹਾਂ। ਅਤੇ ਮਲਟੀਮੀਡੀਆ ਦੇ ਵਿੱਚ ਕੀ ਆ ਗਿਆ ਸਾਡੇ ਕੋਲ? ਇਮੇਜਸ ਆ ਗਈਆਂ, ਆਡੀਓ ਆ ਗਿਆ ਅਤੇ ਵੀਡੀਓਜ਼ ਆ ਗਏ। ਨੈਕਸਟ ਸਾਡੇ ਕੋਲ ਆ ਗਈ ਕਲਾਊਡ ਕੰਪਿਊਟਿੰਗ। ਕਲਾਊਡ ਕੰਪਿਊਟਿੰਗ ਵੀ ਸਾਡੇ ਕੋਲ ਬਹੁਤ ਇੰਪੋਰਟੈਂਟ ਹੈਗੀ ਹੈ। ਇਟ ਪ੍ਰੋਵਾਈਡਸ ਅਸ ਅ ਮੀਨ ਬਾਈ ਵਿਚ ਵੈਨ ਯੂ ਕੈਨ ਐਕਸੈਸ ਐਪਲੀਕੇਸ਼ਨ ਐਜ਼ ਯੂਟੀਲਾਈਜ਼ ਓਵਰ ਦਾ ਇੰਟਰਨੈਟ। ਇੰਟਰਨੈਟ ਦੀ ਵਰਤੋਂ ਕਰਕੇ ਜਦੋਂ ਅਸੀਂ ਐਪਲੀਕੇਸ਼ਨ ਨੂੰ ਯੂਜ਼ ਕਰ ਰਹੇ ਹਾਂ ਤਾਂ ਉਹ ਸਾਡੇ ਕੋਲ ਕਲਾਊਡ ਕੰਪਿਊਟਿੰਗ ਦੇ ਵਿੱਚ ਆ ਗਿਆ। ਉਦਾਹਰਨ ਦੇ ਤੌਰ ਦੇ ਉੱਤੇ ਕਲਾਊਡ ਪ੍ਰਿੰਟਿੰਗ ਆ ਗਿਆ ਕਿ ਤੁਹਾਡੇ ਜਿਹੜੇ ਸਮਾਰਟਫੋਨ ਨੇ, ਲੈਪਟਾਪ ਨੇ, ਟੈਬਲੇਟਸ ਹੈਗੇ ਨੇ, ਵਰਕ ਸਟੇਸ਼ਨ ਹੈਗੇ ਨੇ, ਉਹ ਜਿਹੜੇ ਹੈਗੇ ਨੇ ਕਲਾਊਡ ਪ੍ਰਿੰਟਿੰਗ ਯਾਨੀ ਕਿ ਜਿਹੜਾ ਪ੍ਰਿੰਟਰ ਕਲਾਊਡ ਦੇ ਨਾਲ ਜੁੜਿਆ ਹੋਇਆ ਉਹਦੇ ਉੱਤੇ ਕਿਸੇ ਵੀ ਸਮੇਂ ਜਾਂ ਕਿਤੋਂ ਵੀ ਜਿਹੜਾ ਹੈਗਾ ਡਾਟਾ ਪ੍ਰਿੰਟ ਕਰਨ ਦੇ ਲਈ ਸੈਂਡ ਕਰ ਸਕਦੇ ਹੈਗੇ ਨੇ। ਕਲਾਊਡ ਸਟੋਰੇਜ। ਕਲਾਊਡ ਸਟੋਰੇਜ ਦੀ ਸਭ ਤੋਂ ਬੜੀ ਉਦਾਹਰਨ ਤੁਹਾਡੇ ਕੋਲ ਹੈਗਾ G ਡਰਾਈਵ, ਗੂਗਲ ਡਰਾਈਵ ਹੈ ਜੀ। ਤੁਸੀਂ ਉਹਦੇ ਉੱਤੇ ਆਪਣਾ ਡਾਟਾ ਅਪਲੋਡ ਕਰ ਸਕਦੇ ਹੋ, ਸੇਵ ਕਰ ਸਕਦੇ ਹੋ ਅਤੇ ਉਹਨੂੰ ਕਿਤੋਂ ਵੀ ਐਕਸੈਸ ਕਰ ਸਕਦੇ ਹੈਗੇ ਹੋ। ਉਹ ਤੁਹਾਡੇ ਕੋਲ ਕਲਾਊਡ ਸਟੋਰੇਜ ਆ ਗਿਆ। ਅਤੇ ਕਲਾਊਡ ਸਟੋਰੇਜ ਦੀ ਉਦਾਹਰਨ ਐਡਵਾਂਟੇਜਸ ਕੀ ਅਤੇ ਕਲਾਊਡ ਸਟੋਰੇਜ ਦੀਆਂ ਐਡਵਾਂਟੇਜ ਕੀ ਹੋ ਗਈਆਂ ਕਿ ਡਾਟਾ ਐਕਸੈਸਿਬਲ ਫਰੋਮ ਐਨੀ ਪਾਰਟ ਆਫ ਦਾ ਵਰਲਡ। ਦੁਨੀਆ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਜਿਹੜਾ ਡਾਟਾ ਨੂੰ ਐਕਸੈਸ ਕਰ ਸਕਦੇ ਹੈਗੇ ਹੋ। ਇਟ ਇਨਕਰੀਜ਼ ਦਾ ਵਰਕ ਐਫੀਸ਼ੀਐਂਸੀ। ਵਰਕ ਐਫੀਸ਼ੀਐਂਸੀ ਇਨਕਰੀਜ਼ ਆਪਣੇ ਆਪ ਹੋਣੀ ਆ ਜਦੋਂ ਡਾਟਾ ਤੁਹਾਡੇ ਕੋਲ 24 ਘੰਟੇ ਅਵੇਲੇਬਲ ਹੈਗਾ ਐਨੀਵੇਅਰ ਐਨੀ ਟਾਈਮ ਇਨ ਦਾ ਵਰਲਡ। ਪਬਲਿਕ ਫਾਈਲ ਸ਼ੇਅਰਿੰਗ ਹੈ। ਤੁਸੀਂ ਦੂਜਿਆਂ ਨੂੰ ਵੀ ਆਪਣੀ ਜਿਹੜੀ ਫਾਈਲ ਆ ਉਹਨੂੰ ਸ਼ੇਅਰ ਕਰ ਸਕਦੇ ਹੋ। ਇਹਦੇ ਵਿੱਚ ਕਾਸਟ ਵੀ ਘੱਟ ਰਹੀ ਹੈ। ਡਾਟਾ ਤੁਸੀਂ ਆਪਣੇ ਆਪ ਬੈਕਅਪ ਲੈ ਸਕਦੇ ਹੋ ਆਪਣੀ ਕਨਵੀਨੀਅੰਸ ਦੇ ਮੁਤਾਬਿਕ। ਇਸ ਦੇ ਨਾਲ ਜਿਹੜਾ ਹੈਗਾ ਇਟ ਰਿਡਿਊਸ ਦਾ ਕਾਸਟ ਟੂ ਸੈਟ ਅਪ ਡਿਜ਼ਾਸਟਰ ਰਿਕਵਰੀ ਐਂਡ ਬੈਕਅਪ ਯੂਨਿਟਸ। ਇਹਦੇ ਨਾਲ ਤੁਹਾਨੂੰ ਸਪੋਜ਼ ਕਰੋ ਅਚਨਚੇਤ ਜਿਹੜੀ ਬੈਕਅਪ ਲੈਣਾ ਜਾਂ ਰਿਕਵਰੀ ਲੈਣੀ ਉਹ ਵੀ ਉਹਦੀ ਕਾਸਟ ਵੀ ਤੁਹਾਡੇ ਕੋਲ ਘੱਟ ਹੋ ਰਹੀ ਹੈਗੀ। ਇਹਦੇ ਵਿੱਚ ਸਾਡੇ ਕੋਲ ਡਿਸਐਡਵਾਂਟੇਜ ਕੀ ਹੋਈ ਕਲਾਊਡ ਸਟੋਰੇਜ ਦੀ? ਸਭ ਤੋਂ ਵੱਡੀ ਡਿਸਐਡਵਾਂਟੇਜ ਹੈਗੀ ਸਾਨੂੰ ਬੈਂਡਵਿਡਥ ਚਾਹੀਦੀ ਹੈ ਜੀ, ਹਾਇਰ ਬੈਂਡਵਿਡਥ। ਇਨਕਰੀਜ਼ ਦਾ ਯੂਜ਼ ਆਫ ਬੈਂਡਵਿਡਥ ਟੂ ਐਕਸੈਸ ਦਾ ਡਾਟਾ ਦੈਟ ਇਨਕਰੀਜ਼ ਦਾ ਕਾਸਟ ਆਫ ਆਪਰੇਸ਼ਨ ਅ ਬਿਟ। ਇੰਟਰਨੈਟ ਦੀ ਸਪੀਡ ਜ਼ਿਆਦਾ ਚਾਹੀਦੀ ਆ। ਅਗਰ ਇੰਟਰਨੈਟ ਦੀ ਸਪੀਡ ਘੱਟ ਹੈਗੀ ਆ ਤਾਂ ਤੁਸੀਂ ਜਿਹੜੀਆਂ ਸਰਵਿਸਿਸ ਹੈਗੀਆਂ ਨੇ ਉਹਨਾਂ ਨੂੰ ਫਾਸਟਲੀ ਐਕਸੈਸ ਨਹੀਂ ਕਰ ਸਕਦੇ। ਨੈਕਸਟ ਸਾਡੇ ਕੋਲ ਆ ਗਿਆ ਹੈਜ਼ ਅ ਸਿਕਿਉਰਿਟੀ ਐਂਡ ਪਾਇਰੇਸੀ ਇਸ਼ੂ ਕਿ ਸਿਕਿਉਰਿਟੀ ਦਾ ਇਸ਼ੂ ਰਹਿੰਦਾ ਹੀ ਰਹਿੰਦਾ ਕਿਉਂਕਿ ਤੁਹਾਡਾ ਕੰਟੈਂਟ ਜਿਹੜਾ ਹੈਗਾ ਉਹ ਕਲਾਊਡ ਦੇ ਉੱਤੇ ਚਲਾ ਗਿਆ। ਹਾਇਰ ਇੰਟਰਨੈਟ ਯੂਟੀਲਾਈਜੇਸ਼ਨ। ਇੰਟਰਨੈਟ ਦੀ ਯੂਟੀਲਾਈਜੇਸ਼ਨ ਜਿਹੜੀ ਹੈਗੀ ਆ ਉਹ ਵੱਧ ਜਾਂਦੀ ਆ। ਅਤੇ ਲੈਕ ਆਫ ਟੋਟਲ ਕੰਟਰੋਲ। ਤੁਹਾਡੇ ਕੋਲ ਕੰਟਰੋਲ ਨਹੀਂ ਹੈਗਾ ਪੂਰਨ ਰੂਪ ਦੇ ਵਿੱਚ ਕਿਉਂਕਿ ਜਿਹੜਾ ਤੁਸੀਂ ਡਾਟਾ ਕਲਾਊਡ ਦੇ ਉੱਤੇ ਭੇਜਤਾ ਉਹ ਉਸ ਕਲਾਊਡ ਜਿਹੜਾ ਕੰਪਨੀ ਹੈਗੀ ਆ ਜਿਹੜੀ ਜਿਸ ਕੰਪਨੀ ਦਾ ਕਲਾਊਡ ਹੈਗਾ ਉਹਦੇ ਕੰਟਰੋਲ ਹੇਠ ਹੈਗਾ। ਸੋ ਸਟੂਡੈਂਟਸ ਇਹ ਸੀਗਾ ਚੈਪਟਰ ਨੰਬਰ ਸਾਡੇ ਕੋਲੇ 4th। ਠੀਕ ਹੈ, ਆਈ ਹੋਪ ਕਿ ਤੁਹਾਨੂੰ ਇਹ ਜਿਹੜਾ ਚੈਪਟਰ ਹੈਗਾ ਉਹ ਸਮਝ ਆਇਆ ਹੋਏਗਾ।